ਜਸ ਟੀਵੀ ਦੇਖ ਰਹੇ ਹੋ ਤੁਸੀਂ। मैं KP ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਬਹਿਸ ਚੱਲ ਰਹੀ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਇੱਕ ਕੁੜੀ ਨੇ, ਇੱਕ ਲੜਕੀ ਨੇ, ਇੱਕ ਮੁਟਿਆਰ ਨੇ, ਇੱਕ ਸ਼ਰਧਾਲੂ ਨੇ ਮੱਥਾ ਟੇਕਣ ਜਾਣਾ ਸੀਗਾ, ਪਰ ਸੇਵਾਦਾਰ ਨਾਲ ਉਹ ਲੜਕੀ ਉਲਝ ਗਈ। ਉਹਦਾ ਵੀਡੀਓ ਵੀ ਆਇਆ ਤੇ ਵੀਡੀਓਜ਼ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਪਤਾ ਹੀ ਨਹੀਂ ਕਿੰਨੇ ਹੋਣਗੇ। ਪਰ ਸਵਾਲ ਇਹਦੇ ਪਿੱਛੇ ਕੀ ਹੈਗਾ? ਐਂਟਰੀ ਵਿਵਾਦ ਅਸਲ ਵਿੱਚ ਕਿਹੜੇ ਵਿਵਾਦ ਦੀ ਜੜ ਹੈ? इस नाल संवाद दे नाल इस विवाद को खत्म किया जा सकता सीगा जां दे पर्दे पिछे कोई होर एजेंडा? ये तमाम सवाल है, इन्हां दी बहस सोशल मीडिया ते चल रही है। असीं यही पुछ रहे हैं एंट्री विवाद के पर्दे पिछे की वीडियोज़ जिहड़ियां वायरल हो रही हैं तो जिहड़ी CCTV फुटेज है जिहड़ी SGPC वालों जारी की गई है वो सारियां वीडियोज़ तुहानूं दिखा रहे हैं। ये इंडिया वाले अपनी मर्जी से नहीं है पंजाब वाले कह रहे पहला अभी बताओ पंजाब वाले कह रहे पंजाब वाला लेके आ रहे ये इंडिया वाले जो आप बोल रहे हो ना ये इंडिया वाले अपनी मर्जी से नहीं है पंजाब वाले कह रहे पहला अभी बताओ पंजाब वाले कह रहे पंजाब वाले कह रहे इंडिया वाले बाजियां भी हुई हैं। श्रोमणी अकाली दल के प्रधान सुखबीर सिंह बादल, SGPC के प्रधान हरजिंदर सिंह धामी का बयान आया तो वो सेवादार का भी बयान आया, वो भी तुहानूं तिन्ने सुना रहे हैं। बड़ा दुख है। देखो सिख देश भगत जिन्नी कुर्बानी देश की आज़ादी वास्ते ते देश नूं अज तगड़ा करने वास्ते खालसा पंथ ने किया आ जान के बड़ी साजिश नाल ऐजियां एजेंसियां लगियां जिहड़ियां बदनाम कर। मैं दास सरबदीप सिंह सेवादार परिक्रमा जो पिछले दिन ही घटना हुई आ ड्यूटी ते उस संबंधी मैं संगतां नूं दसना चाहुंदा हाँ कि जो सोशल मीडिया ते वायरल की गई आ उस लड़की ने स्कर्ट पहनी हुई सी तो मैं उसनूं गुरु की मर्यादा बारे दसिया कि शरीर ਨੂੰ ਢੱਕ ਕੇ ਪੂਰਾ ਜਾਈਦਾ, ਲੱਤਾਂ ਨੂੰ ਢੱਕ ਕੇ ਜਾਈਦਾ, ਪਰ ਉਹਨਾਂ ਵੱਲੋਂ ਇਸ ਗੱਲ ਨੂੰ ਗਲਤ ਰੰਗਤ ਦਿੱਤੀ ਗਈ ਹੈ। ਹਰਿਮੰਦਰ ਸਾਹਿਬ ਦੇ ਵਿੱਚ ਹਰੇਕ ਦਾ ਸਤਿਕਾਰ ਹੈ, ਮਰਿਆਦਾ ਸਭ ਤੋਂ ਅਹਿਮ ਚੀਜ਼ ਹੈ ਜੋ ਸਾਨੂੰ ਹਰ ਇੱਕ ਸੰਗਤ ਨੂੰ ਰੱਖਣੀ ਚਾਹੀਦੀ ਹੈ। ਤੇ ਜੋ ਸੋਸ਼ਲ ਮੀਡੀਆ ਤੇ ਮੇਰੇ ਸਸਪੈਂਡ ਵੱਲੋਂ ਕੋਈ ਵੀ ਅਫਵਾਹਾਂ ਫੈਲਾਈਆਂ ਜਾਣ ਰਹੀਆਂ ਉਹ ਬਿਲਕੁਲ ਗਲਤ ਹਨ। ਸੋ ਕਿਰਪਾ ਕਰਕੇ ਇਹਨਾਂ ਚੀਜ਼ਾਂ ਤੇ ਕੋਈ ਧਿਆਨ ਨਾ ਦਿੱਤਾ ਜਾਵੇ। ਅੱਜ ਸਵੇਰੇ ਅੰਮ੍ਰਿਤ ਵੇਲੇ ਇੱਕ ਵੀਡੀਓ ਜੇ ਚਾਲੂ ਕੀਤੀ ਗਈ ਆ ਮਰਿਆਦਾ ਆ ਗੁਰੂ ਪਾਤਸ਼ਾਹ ਦੀ ਹਾਜ਼ਰੀ ਚ ਆਉਣ ਦੀ ਕਿ ਸਿਰ ਨੰਗਾ ਨਾ ਹੋਵੇ, ਆਦਬ ਤੇ ਸਤਕਾਰ ਹੋਵੇ। ਹਰੇਕ ਗੱਲ ਨੂੰ ਇਸ ਢੰਗ ਨਾਲ ਆਪਾਂ ਚੱਲਦੇ ਆਂ ਵੀ ਸ਼ਾਇਦ ਸਿੱਖ ਜਿਹੜੇ ਆ ਇਹ ਕਿਸੇ ਹੋਰ ਪਾਸੇ ਨੂੰ ਚੱਲਦੇ। ਉਹ ਗੁਰੂ ਰਾਮਦਾਸ ਪਾਤਸ਼ਾਹ ਦੀ ਨਗਰੀ, ਉੱਥੇ ਜਿਹੜਾ ਜਾਂਦਾ ਉਹ ਜੇ ਨੀਵਾਂ ਹੋ ਕੇ ਜਾਂਦਾ ਸਤਿਗੁਰੂ ਜੀ ਉੱਚਾ ਕਰਦੇ ਆ, ਜਿਹੜਾ ਉੱਚਾ ਹੋ ਕੇ ਜਾਵੇ ਉਹ ਫਿਰ ਸਤਿਗੁਰੂ ਜੀ ਮੈਂ ਤਾਂ ਮੂੰਹੋਂ ਨਹੀਂ ਕੁਝ ਵੀ ਕਹਿਣਾ ਚਾਹੁੰਦਾ। ਕੁਛ ਆਪਾਂ ਮੀਡੀਆ ਵਾਲੇ ਵੀ ਆਪਾਂ ਸਬਰ ਕਰੀਏ। ਨੈਸ਼ਨਲ ਮੀਡੀਆ ਸਵੇਰ ਦਾ ਕਿਵੇਂ ਉਹਨੂੰ ਚਲਾ ਰਿਹਾ ਯਾਰ, ਉਹਦੀ ਮਰਿਆਦਾ ਗੁਰੂ ਪਾਤਸ਼ਾਹ ਦੀ, ਗੁਰੂ ਚੌਥੇ ਪਾਤਸ਼ਾਹ ਨੇ ਉੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਚਾਰੇ ਬੂਹੇ ਖੁੱਲੇ, ਕਿਸੇ ਨੂੰ ਨਹੀਂ ਰੋਕਿਆ ਜਾਂਦਾ। ਪਵਿੱਤਰ ਸਰੋਵਰ 'ਚ ਇਸ਼ਨਾਨ ਕਰਨ ਨੂੰ ਨਹੀਂ ਰੋਕਿਆ ਜਾਂਦਾ। ਸੱਚਖੰਡ 'ਚ ਕੀਰਤਨ ਸਰਵਣ ਕਰੋ ਰੋਕਿਆ ਨਹੀਂ ਜਾਂਦਾ। ਪ੍ਰਸ਼ਾਦ ਇੱਕੋ ਜਿਹਾ ਦਿੱਤਾ ਜਾਂਦਾ। ਲੰਗਰ ਦੇ ਵਿੱਚ ਕੋਈ ਇਹੋ ਜਿਹੀ ਤਰੁੱਠੀ ਨਹੀਂ ਨਾ ਹੋਵੇ। ਉੱਥੇ ਸਾਰੀ ਪੰਗਤ ਇੱਕ ਥਾਂ ਬਹਿੰਦੀ ਆ। ਆਪਾਂ ਉਸ ਧਰਤੀ ਲਈ ਵੀ ਆਪਾਂ ਜਾਰੋ ਲਾਪੇ ਕਰ ਰਾਜਨੀਤੀ ਨਾ ਕਰੀਏ ਉਹੋ ਜਿਹੀਆਂ ਗੱਲਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਸ਼੍ਰੀ ਹਰਿਮੰਦਰ ਸਾਹਿਬ 'ਚ ਐਂਟਰੀ ਵਿਵਾਦ ਤੇ ਦੇਸ਼ ਵਿਦੇਸ਼ ਵਿੱਚ ਵੱਡੀ ਬਹਿਸ ਕਿਉਂ ਛਿੜੀ ਹੈ? ਇਸ ਸਵਾਲ ਤੇ ਚਰਚਾ ਹੋਵੇਗੀ। ਜਿਹੜਾ ਪੈਨਲ ਸਾਡੇ ਨਾਲ ਉਹਨਾਂ ਤੁਹਾਡਾ ਤਾਰਫ ਹੋਣੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਮਨਜੀਤ ਸਿੰਘ SGPC ਦੇ ਬਹੁਤ ਹੀ ਸੀਨੀਅਰ ਆਗੂ ਨੇ ਤੇ ਅਮਰੀਕ ਸਿੰਘ ਹਰਾਂ ਦੇ ਇਹ ਭਾਈ ਸਾਹਿਬ ਨੇ ਜਿਹੜੇ ਜਰਨੈਲ ਸਿੰਘ ਖਾਲਸਾ ਹਰਾ ਪਿੰਡਰਾਵਾਲਾ ਦੇ ਨਾਲ ਰਹੇ ਨੇ। ਤੇ ਮਨਜੀਤ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ ਸਰ। ਥੈਂਕ ਯੂ ਜੀ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਵਿਜੇ ਸਿੰਘ ਭਾਰਦਵਾਜ ਵਕੀਲ ਨੇ ਤੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਸੂਬਾ ਪ੍ਰਧਾਨ ਨੇ। ਵਿਜੇ ਸਿੰਘ ਭਾਰਦਵਾਜ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਪੂਰਾ ਮਾਮਲਾ ਹੈ ਕਿ। ਵਿਜੇ ਸਿੰਘ ਭਾਰਦਵਾਜ ਤੁਹਾਡਾ ਬਹੁਤ ਸਵਾਗਤ ਹੈ ਸਰ। ਕੁਸ਼ਲਪਾਲ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਹੁਤ ਹੀ ਸੀਨੀਅਰ ਆਗੂ ਨੇ, ਸਿਮਰਨ ਸਿੰਘ ਮਾਨ ਹਰਾਂ ਦੇ ਬੜੇ ਨੇੜੇ ਨੇ ਤੇ ਪਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਹੀ ਸਤਿਕਾਰਤ ਤੇ ਬਹੁਤ ਹੀ ਪੜ੍ਹੇ ਲਿਖੇ ਆਗੂਆਂ ਵਿੱਚ ਇਹਨਾਂ ਦੀ ਸ਼ਮੂਲੀਅਤ ਹੁੰਦੀ ਹੈ। ਕੁਸ਼ਲਪਾਲ ਸਿੰਘ ਮਾਨ ਤੁਹਾਡਾ ਬਹੁਤ ਸਵਾਗਤ ਹੈ।
ਮਾਲਵੀ ਸਿੰਘ ਮਾਲੀ ਪੋਲੀਟੀਕਲ ਕਮੈਂਟੇਟਰ ਨੇ, ਜਸਦਾ ਗੁਰਚਰਨ ਸਿੰਘ ਟੋੜਾ ਹਰਾਂ ਦੇ ਬੜੇ ਨੇੜੇ ਰਹੇ ਆ ਤੇ ਇਹਨਾਂ ਮਸਲਿਆਂ ਤੇ ਬਹੁਤ ਹੀ ਸਟੀਕ ਤੇ ਤਿੱਖੀਆਂ ਟਿੱਪਣੀਆਂ ਲਈ ਜਾਣੇ ਜਾਂਦੇ ਆ। ਮਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਮਨਜੀਤ ਸਿੰਘ ਜੀ, ਇਹ ਪੂਰਾ ਮਾਮਲਾ ਹੈ ਕੀ ਹੈ ਸਰ? ਦੇਖੋ, ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਮਾਮਲਾ ਤਾਂ ਮੇਰੇ ਖਿਆਲ ਤੁਹਾਨੂੰ ਜ਼ਿਆਦਾ ਸਾਡੇ ਨਾਲੋਂ ਪਤਾ ਹੋਊਗਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇੱਕ ਮਰਿਆਦਾ ਹੈ, ਔਰ ਇਕੱਲੇ ਸੱਚਖੰਡ ਹਰਿਮੰਦਰ ਸਾਹਿਬ ਦੀ ਨਹੀਂ, ਸਾਰੇ ਗੁਰਦੁਆਰੇ ਸਾਹਿਬਾਨ ਦੀ ਇੱਕ ਮਰਿਆਦਾ ਹੈ ਕਿ ਜਦੋਂ ਆਪਾਂ ਉੱਥੇ ਜਾਣਾ ਹੈ, ਉਹ ਕੋਈ ਪਿਕਨਿਕ ਸਪੌਟ ਨਹੀਂ ਹੈਗਾ, ਨਾ ਕੋਈ ਪੈਲਸ ਆ, ਨਾ ਉੱਥੇ ਕੋਈ ਇਹੋ ਜਿਹੀ ਕੋਈ ਹੈਗੀ ਆ ਵੀ ਆਪਾਂ ਉੱਥੇ ਜਾ ਕੇ ਕੋਈ ਪਿਕਨਿਕ ਬਣਾ ਸਕਦੇ ਹਾਂ ਜਾਂ ਕੋਈ ਇਹੋ ਜਿਹੇ। ਤੋ ਉੱਥੇ ਕੇਵਲ ਤੇ ਕੇਵਲ ਆਪਾਂ ਨਤਮਸਤਕ ਹੋਣ ਵਾਸਤੇ ਜਾਂਦੇ ਆ। ਦੁਨੀਆ ਦਾ ਕੋਈ ਵੀ ਸਥਾਨ ਹੈ, ਚਾਹੇ ਕੋਈ ਹਿੰਦੂ ਮੰਦਿਰ ਹੈ, ਚਾਹੇ ਕੋਈ ਮੁਸਲਮਾਨਾਂ ਦਾ ਹੈ, ਚਾਹੇ ਕੋਈ ਹੋਰ ਵੀ ਹੈ, ਹਰ ਇੱਕ ਦੀ ਆਪਣੀ ਆਪਣੀ ਉੱਥੇ ਮਰਿਆਦਾ, ਉਹਦੇ ਅਕੋਰਡਿੰਗਲੀ ਸਾਨੂੰ ਉੱਥੇ ਜਾਣਾ ਚਾਹੀਦਾ ਹੈ। ਔਰ ਜਿਹੜੀ ਬੇਟੀ ਉੱਥੇ ਗਈ ਆ ਉਹ ਸਾਡੀ ਧੀ ਆ, ਅਸੀਂ ਕੋਈ ਉਹਨੂੰ ਕੋਈ ਮਾੜਾ ਨਹੀਂ ਕਹਿਣਾ ਚਾਹੁੰਦੇ, ਲੇਕਿਨ ਜਿਹੜੇ ਆਪਾਂ ਉੱਥੇ ਕੱਪੜੇ ਪਾ ਕੇ ਜਾਂਦੇ ਆ, ਮੇਰੇ ਖਿਆਲ ਦੇ ਵਿੱਚ ਆ ਉਹ ਆਪਣੀ ਇਹੋ ਜਿਹੀ ਮਰਿਆਦਾ ਸੱਚਖੰਡ ਹਰਿਮੰਦਰ ਸਾਹਿਬ ਚ ਲਾਗੂ ਨਹੀਂ ਹੁੰਦੀ। ਸੋ ਉਹ ਬੇਟੀ ਗਈ ਆ, ਸੇਵਾਦਾਰਾਂ ਨੇ ਰੋਕਿਆ ਤੇ ਉਹਨੂੰ ਸੋਸ਼ਲ ਮੀਡੀਆ ਤੇ ਇੱਕ ਹੋਰ ਹੀ ਰੰਗਤ ਦੇ ਦਿੱਤੀ ਆ ਜੀ, ਉੱਥੇ ਹੋ ਗਿਆ, ਇੱਥੇ ਆ ਹੋ ਗਿਆ, ਕੋਈ ਗੱਲ ਨਹੀਂ ਹੈਗੀ, ਔਰ ਇਹ ਸਿਰਫ ਮਰਿਆਦਾ ਦਾ ਮਸਲਾ ਹੈ। ਠੀਕ ਠੀਕ। ਮਨਜੀਤ ਸਿੰਘ ਤੁਸੀਂ ਆਪਣੀ ਗੱਲ ਰੱਖੀ ਹੈ, ਤੁਸੀਂ ਕਿਹਾ ਮਰਿਆਦਾ ਦਾ ਮਸਲਾ ਹੈ। ਸਰ, ਇਹਦੇ ਵਿੱਚ ਤੁਸੀਂ ਉਹ ਮੰਨਦੇ ਹੋ ਕਿ ਉਹ ਜਿਹੜੀ ਕੁੜੀ ਉੱਥੇ ਗਈ ਸੀ ਮੱਥਾ ਟੇਕਣ, ਉਹਦੀ ਗਲਤੀ ਹੈ ਜਾਂ ਸੇਵਾਦਾਰ ਦੀ ਗਲਤੀ ਹੈ? ਨਹੀਂ, ਗਲਤੀ ਤਾਂ ਮੈਂ ਸਮਝਦਾ ਹੈ ਵੀ ਉਹਨਾਂ ਨੂੰ ਹੋ ਸਕਦਾ ਬੇਟੀ ਨੂੰ ਮਰਿਆਦਾ ਦਾ ਨਾ ਪਤਾ ਹੋਵੇ, ਤੇ ਜਿਹੜਾ ਸਾਡੇ ਸਿੰਘ ਸੀ ਉਹ ਮਰਿਆਦਾ ਉਹਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਸੀ ਵੀ ਆਪਾਂ ਐਸੇ ਤਰ੍ਹਾਂ ਕੈਪਰੀ ਪਾਈ ਆ ਜਾਂ ਹੋਰ ਜਿਹੜੇ ਕੱਪੜੇ ਪਾਏ ਆ, ਆਪਾਂ ਨੂੰ ਸਹੀ ਕੱਪੜੇ ਜਿਹੜੇ ਆ, ਸਾਡਾ ਲਿਬਾਸ ਆ, ਉਹ ਪਾ ਕੇ ਉੱਥੇ ਸੱਚਖੰਡ ਹਰਿਮੰਦਰ ਸਾਹਿਬ ਜਾਣਾ ਚਾਹੀਦਾ। ਕੋਈ ਮੈਂ ਇਹਦੀ ਗੱਲ ਕਹਿੰਦਾ ਵੀ ਉਹਨੂੰ ਬੇਟੀ ਨੂੰ ਹੋ ਸਕਦਾ ਪਤਾ ਹੀ ਨਾ ਹੋਵੇ, ਉਹ ਵੀ ਸਾਡੀ ਬੇਟੀਆਂ ਵਰਗੀ ਆ, ਲੇਕਿਨ ਜਿਹੜਾ ਸਿੰਘ ਮਰਿਆਦਾ ਸਮਝਾ ਰਿਹਾ ਸੀ ਉਹ ਵੀ ਉਹਨੂੰ ਸਹੀ ਦੱਸ ਰਿਹਾ ਸੀ। ਔਰ ਕਈ ਵਾਰ ਕੀ ਹੁੰਦਾ ਹੈ ਕਿ ਉੱਥੇ ਵੇਖੋ ਨਾ ਤਾਂ ਤੰਬਾਕੂ ਜਾ ਸਕਦਾ, ਨਾ ਉੱਥੇ ਕੋਈ ਹੋਰ ਚੀਜ਼ ਜਾ ਸਕਦੀ ਹੈ। ਕਈ ਵਾਰ ਠੀਕ ਹੈ ਮਨਜੀਤ ਸਿੰਘ ਜੀ, ਮੈਂ ਪੁਆਇੰਟ ਤੇ ਮਨਜੀਤ ਸਿੰਘ ਜੀ ਮੈਂ ਪੁਆਇੰਟ ਤੇ ਰਹਿਣਾ ਚਾਹੁੰਦਾ। ਮੈਨੂੰ ਇੱਕ ਚੀਜ਼ ਦੱਸ ਦਿਓ, ਜਿਹੜੀ ਐਸਜੀਪੀਸੀ ਵੱਲੋਂ ਇੱਕ ਮਾਫੀ ਵਜੋਂ ਆਪਣੇ ਆਪ ਨੂੰ ਪੇਸ਼ ਕੀਤਾ ਗਿਆ, ਕਿ ਉਹ ਮਾਫੀ ਮੰਗਣਾ ਸਹੀ ਹੈ? ਪਹਿਲਾ ਸਵਾਲ। ਦੂਜਾ, ਮੈਨੂੰ ਨਹੀਂ ਪਤਾ ਵੀ ਕੀਤਾ ਕਿ ਨਹੀਂ ਕੀਤਾ ਮਾਫੀ ਮੰਗਣ ਵਾਸਤੇ। ਮੈਂ ਇਸ ਗੱਲ ਨਾਲ ਕੋਈ ਸਹਿਮਤ ਨਹੀਂ ਹੈਗਾ। ਜਿੱਥੋਂ ਦੇ ਮਰਿਆਦਾ ਦਾ ਮਸਲਾ ਹੈ ਉੱਥੋਂ ਤੱਕ ਭਾਵੇਂ ਮੈਂ ਗਲਤ ਹੋਵਾਂ ਭਾਵੇਂ ਹੋਰ ਕੋਈ ਹੋਵੇ, ਸਾਨੂੰ ਉਹ ਮਰਿਆਦਾ 'ਚ ਬੱਝ ਕੇ ਨੀਵੇਂ ਹੋ ਕੇ, ਔਰ ਉੱਥੇ ਅਸੀਂ ਤਾਂ ਕੁਝ ਹਾਸਲ ਕਰਨ ਵਾਸਤੇ ਜਾਂਦੇ ਆ, ਨਾ ਕੋਈ ਬਹਿਸ ਕਰਨ ਵਾਸਤੇ ਜਾਂਦੇ ਆ। ਚਲੋ ਨਾ ਮਨਜੀਤ ਸਿੰਘ ਜੀ, ਇੱਕ ਸਵਾਲ ਦਾ ਜਵਾਬ ਦਿਓ, ਫਿਰ ਮੈਂ ਬ੍ਰੇਕ ਲੈਣੀ, ਫਿਰ ਮੈਂ ਬਾਕੀ ਮਾਨਾਂ ਕੋਲ ਜਾਊਂਗਾ। ਮਨਜੀਤ ਸਿੰਘ ਜੀ, ਉਹ ਸੇਵਾਦਾਰ ਪ੍ਰਕਰਮਾ ਸਰਬਜੀਤ ਸਿੰਘ, ਉਹਦਾ ਤਬਾਦਲਾ ਉੱਥੋਂ ਕੀਤਾ ਗਿਆ? ਨਹੀਂ, ਮੇਰੇ ਨੌਲੇਜ 'ਚ ਨਹੀਂ ਹੈਗਾ, ਕਿਉਂਕਿ ਮੈਂ ਥੋੜਾ ਜਿਹਾ ਪਾਸੇ ਚੱਲ ਰਿਹਾ, ਮੈਨੂੰ ਇਹ ਨਹੀਂ ਪਤਾ ਵੀ ਹੋਇਆ ਕਿ ਨਹੀਂ ਹੋਇਆ, ਔਰ ਮੈਂ ਸਮਝਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹਨੇ ਮਰਿਆਦਾ ਦੀ ਗੱਲ ਸਮਝਾਈ ਆ, ਉੱਥੇ ਕੋਈ ਮਾੜੀ ਗੱਲ ਨਹੀਂ ਕਿ ਉਹਨੇ ਕੀਤੀ। ਚਲੋ ਠੀਕ ਹੈ, ਇੱਕ ਛੋਟਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਊਂਗਾ, ਬਾਕੀ ਮੇਰੇ ਕੋਲ ਜਾਵਾਂਗੇ। ਪੰਜਾਬ ਹੈ ਇੰਡੀਆ ਨਹੀਂ, ਇਸ ਬਿਆਨ ਨੂੰ ਸੁਰਖੀਆਂ ਵਿੱਚ ਕਿਉਂ ਲਿਆਂਦਾ ਗਿਆ, ਸੋਸ਼ਲ ਮੀਡੀਆ ਤੇ ਇਸ ਨੂੰ ਟ੍ਰੋਲ ਕਿਉਂ ਕੀਤਾ ਗਿਆ, ਬਹੁਤ ਸਾਰੇ ਸਵਾਲ ਹੈ, ਉਹ ਸਾਰੇ ਸਵਾਲ ਪੁੱਛਣ ਦੀ ਕੋਸ਼ਿਸ਼ ਕਰ ਰਿਹਾ। ਵਿਵਾਦ ਨਹੀਂ, ਸੰਵਾਦ ਹੋਣਾ ਚਾਹੀਦਾ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਦੇ ਹਾਂ, ਸ਼੍ਰੀ ਹਰਿਮੰਦਰ ਸਾਹਿਬ 'ਚ ਐਂਟਰੀ ਵਿਵਾਦ ਤੇ ਦੇਸ਼ ਵਿਦੇਸ਼ ਵਿੱਚ ਵੱਡੀ ਬਹਿਸ ਕਿਉਂ ਛਿੜੀ? ਵਿਜੇ ਸਿੰਘ ਭਾਰਦਵਾਜ ਜੀ, ਭਾਰਦਵਾਜ ਸਾਹਿਬ, ਇਹ ਤੁਹਾਨੂੰ ਜਿਹੜਾ ਮੈਂ ਤੁਹਾਡੀ ਸਟੇਟਮੈਂਟ ਪੜ੍ਹ ਰਿਹਾ, ਇਉਂ ਲੱਗਦਾ ਕਿ ਆਪਾਂ ਸੰਵਾਦ ਤੋਂ ਪਿੱਛੇ ਹਟਦੇ ਪਏ ਹਾਂ, ਵਿਵਾਦ ਨੂੰ ਤੂਲ ਦੇਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆਪਾਂ ਸਾਰੇ ਲੋਕ। ਦੇਖੋ, ਇਹ ਜਿਹੜਾ ਵਿਵਾਦ ਹੈ, ਇਹ ਵਿਵਾਦ ਵਰਗਾ ਵਿਵਾਦ ਨਹੀਂ ਸੀਗਾ, ਨਾ ਹੀ ਆ ਜਿਹੜੀ ਗੱਲ ਕਹੀ ਜਾ ਰਹੀ ਹੈ, ਕਿਉਂਕਿ ਇਹਨਾਂ ਨੇ ਮੈਨੂੰ ਤਾਂ ਸਭ ਤੋਂ ਵੱਡੀ ਮਨ ਦੇ ਵਿੱਚ ਇਹ ਹੋਇਆ ਕਿ ਜਿਹੜੀ ਐਸਜੀਪੀਸੀ ਹੈ, ਇਹ ਔਰ ਆਪਣਾ ਜਿਹੜਾ ਸੇਵਾਦਾਰ ਹੈ ਉਹ ਵੀ ਡੁਬਲ ਕੇ ਲਗਾਤਾ, ਕਿਉਂਕਿ ਜਿਹੜਾ ਵਿਵਾਦ ਸੀਗਾ ਉਹ ਕੱਪੜੇ ਦਾ ਵਿਵਾਦ ਨਹੀਂ ਸੀਗਾ। ਔਰ ਜਿਹੜੀ ਲੜਕੀ ਹੈ, ਉਹ ਜਿਹੜੀ ਬੇਟੀ ਹੈ, ਉਹਦਾ 15 ਸਾਲ ਦੀ ਲੜਕੀ, ਉਹਨੇ ਲੰਬੀ ਫਰਾਕ ਜਿਹੜੀ ਅਸੀਂ ਸੋਸ਼ਲ ਮੀਡੀਆ ਤੇ ਵੀ ਦੇਖਦੇ ਪਏ, ਸਾਰੇ ਪਾਸੇ ਦੇਖਦੇ ਪਏ ਆ,
ਤੇ ਉਹਦੇ ਨੀਚੇ ਜਿਵੇਂ ਕਹਿ ਰਹੇ ਨੰਗਾ ਲੱਤਾਂ ਉਹਦੀਆਂ ਨੰਗੀਆਂ ਸੀਗੀਆਂ, ਉਹਨੇ ਨੀਚੇ ਉਹਦੇ ਪਜਾਮੀ ਪਾਈ ਹੋਈ ਹੈ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਜਾਂ ਕਿਸੇ ਗੁਰਦੁਆਰਾ ਸਾਹਿਬ ਜਾਂਦੇ ਆ ਤੇ ਉਹ ਪਾਣੀ ਵਿੱਚੋਂ ਗੁਜ਼ਰ ਕੇ ਜਾਣਾ ਪੈਂਦਾ, ਨਿਕਲ ਕੇ ਜਾਣਾ ਪੈਂਦਾ, ਤੇ ਉਹਦੇ ਵਾਸਤੇ ਹਰ ਇੱਕ ਬੰਦਾ ਆਪਣੀ ਪੈਂਟ ਪਜਾਮੀ ਸਲਵਾਰ ਥੋੜੀ ਉੱਪਰ ਕਰਕੇ ਚੱਲਦਾ ਹੁੰਦਾ। ਤੇ ਇਹ ਜਿਹੜਾ ਵਿਵਾਦ ਹੈ ਇਹ ਵਿਵਾਦ ਉਸ ਲਈ ਹੋਇਆ ਜਿਸਲੇ ਉਹਨੇ ਜਿਹੜਾ ਸੀਗਾ ਉੱਥੇ ਦਾ ਸੇਵਾਦਾਰ ਸੀਗਾ, ਉਹਨੇ ਇਹ ਕਿਹਾ ਵੀ ਤੁਸੀਂ ਪੰਜਾਬ ਦੇ ਵਿੱਚੋਂ, ਤੁਸੀਂ ਇੰਡੀਆ ਦੇ ਵਿੱਚ ਨਹੀਂ ਹੋ, ਤੁਸੀਂ ਭਾਰਤ ਵਿੱਚ ਨਹੀਂ ਹੋ। ਇਹ ਵਿਵਾਦ ਦੀ ਜੜ ਉੱਥੇ ਬਣ ਗਈ ਜਿਸਲੇ ਉਹ ਲੜਕੀ ਦੇ ਮੂੰਹ ਚੋਂ ਗਲਤ ਸ਼ਬਦ ਨਿਕਲੇ ਵੀ ਬਕਵਾਸ। ਉਹਨੂੰ ਛੋਟੀ ਲੜਕੀ ਨੂੰ ਬਕਵਾਸ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੀਦਾ ਸੀਗਾ, ਮਗਰ ਇੱਕ ਨੈਸ਼ਨਲਿਸਟ ਹੋਣ ਦੇ ਨਾਤੇ ਕਿਸੇ ਦੇ ਮੂੰਹ ਚੋਂ ਇਹ ਕਮਿਊਨਲ ਮੁੱਦਾ ਨਹੀਂ ਹੈ, ਇਹ ਨੈਸ਼ਨਲਿਸਟ ਮੁੱਦਾ ਹੈ। ਜਿਹੜੀ ਇਹਦਾ ਮਤਲਬ ਇਹ ਹੈ ਕਿ ਐਸਜੀਪੀਸੀ ਦੇ ਵਿੱਚ ਐਸੀਆਂ ਸ਼ਕਤੀਆਂ ਪਿੱਛੀਆਂ ਜਿਹੜੀਆਂ ਉੱਪਰਲੇ ਲੈਵਲ ਤੋਂ ਲੈ ਕੇ ਨੀਚਲੇ ਲੈਵਲ ਤੱਕ ਭਾਰਤ ਨੂੰ, ਪੰਜਾਬ ਨੂੰ ਭਾਰਤ ਦਾ ਹਿੱਸਾ ਨਹੀਂ ਸਮਝਦੀਆਂ। ਨੰਬਰ 2 ਹੁਣੀ ਭਾਈ ਸਾਹਿਬ ਗੱਲ ਕਰਦੇ ਪੀ ਸਕੇ ਮਰਿਆਦਾ ਦੀ ਗੱਲ ਕਰਦੇ ਭਾਰਦਵਾਜ ਸਾਹਿਬ ਇੱਕ ਚੀਜ਼ ਮੈਂ ਦੱਸ ਦਿਓ। ਭਾਰਦਵਾਜ ਸਾਹਿਬ ਇੱਕ ਸੇਵਾ ਦਾ ਪ੍ਰਕਰਮਾ ਸਰਬਜੀਤ ਸਿੰਘ ਇਹ ਫੈਸਲਾ ਕਰ ਦੂਗਾ ਕਿ ਪੰਜਾਬ ਇੰਡੀਆ ਦਾ ਹਿੱਸਾ ਨਹੀਂ। ਆਪਾਂ ਕਿਹੋ ਜਿਹੀ ਸਟੇਟਮੈਂਟ ਦੇ ਰਹੇ ਹਾਂ ਭਾਰਦਵਾਜ ਸਾਹਿਬ? ਮੈਂ ਸਟੇਟਮੈਂਟ ਤਾਂ ਦੇ ਰਿਹਾ ਕਿਉਂਕਿ ਇਹ ਜਿਹੜੀ ਹੈ ਨਾ, ਇਹ ਪੂਰੀ ਸੰਸਥਾ ਹੈ। ਇਕੱਲਾ ਇਹ ਸੇਵਾਦਾਰ ਨਹੀਂ ਹੈ, ਇਹ ਐਸਜੀਪੀਸੀ ਦਾ ਉੱਪਰ ਤੋਂ ਲੈ ਕੇ ਜਿੰਨੇ ਵੀ ਬੰਦੇ ਇੰਪਲਾਈ ਹੈ, ਸੇਵਾਦਾਰ ਹੈ। ਨਹੀਂ ਭਾਰਦਵਾਜ ਸਾਹਿਬ, ਮੈਂ ਚਲੋ ਤੁਹਾਡੀ ਗੱਲ ਨਾਲ ਮੈਂ ਅੱਗੇ ਵਧਦਾ। ਭਾਰਦਵਾਜ ਸਾਹਿਬ, ਮੈਂ ਚਾਹੁੰਦਾ ਸੰਵਾਦ ਹੋਣਾ ਚਾਹੀਦਾ। ਭਾਰਦਵਾਜ ਸਾਹਿਬ, ਮੈਨੂੰ ਇੱਕ ਚੀਜ਼ ਦੱਸ ਦਿਓ, ਐਸਜੀਪੀਸੀ ਨੇ ਉਹਨੂੰ ਸਮਝਾਇਆ ਸੇਵਾਦਾਰ ਨੂੰ, ਭਾਈ ਪੰਜਾਬ ਇੰਡੀਆ ਦਾ ਹਿੱਸਾ ਨਹੀਂ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਬਿਲਕੁਲ ਬਿਲਕੁਲ, ਪੰਜਾਬ ਜਿਹੜਾ ਉਹ ਇੰਡੀਆ ਦਾ ਹਿੱਸਾ। ਨੰਬਰ ਤੋਂ ਵਿਵਾਦ ਹੀ ਇੱਥੋਂ ਸ਼ੁਰੂ ਹੋਇਆ। ਨੰਬਰ ਤੋਂ ਮੈਂ ਤੁਹਾਨੂੰ ਜਿਹੜੀ ਗੱਲ ਕਰ ਰਿਹਾ ਸੀਗਾ ਵੀ ਮਰਿਆਦਾ ਦੀ ਗੱਲ ਕਰ ਰਿਹਾ ਸੀਗਾ, 1997 ਦੇ ਵਿੱਚ ਇੱਥੇ ਵਿਕਟੋਰੀਆ ਮਹਾਰਾਣੀ ਵਿਕਟੋਰੀਆ ਇੱਥੇ ਆਈ ਸੀਗੀ ਦਰਬਾਰ ਸਾਹਿਬ। ਉਹ ਦਰਬਾਰ ਸਾਹਿਬ ਦੇ ਵਿੱਚ ਜਿੱਲੇ ਮਹਾਰਾਣੀ ਵਿਕਟੋਰੀਆ ਆਈ, ਉਹਦੇ ਦਸਤਾਨੇ ਵੀ ਪਾਏ ਹੋਏ ਸੀਗੇ, ਹੈਟ ਵੀ ਪਾਇਆ ਸੀਗਾ, ਸਕਰਟ, ਉਹਦੀਆਂ ਲੱਤਾਂ ਨੰਗੀਆਂ ਸੀਗੀਆਂ, ਥੱਲੇ ਜਰਾਬਾਂ ਪਾਈਆਂ ਹੋਈਆਂ ਸੀਗੀਆਂ। ਉਸਲੇ ਮਰਿਆਦਾ ਦਾ ਇਹਨਾਂ ਨੂੰ ਕਿਸੇ ਨੂੰ ਧਿਆਨ ਨਹੀਂ ਆ, ਜਿਸਲੇ ਉਸਲੇ ਐਸਜੀਪੀਸੀ ਦੇ ਵੀ ਔਰ ਸ਼ਿਰੋਮਣੀ ਗੁਰਦੁਆਰਾ ਆਪਣੇ ਦੇ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਵੀ ਉਹਦੇ ਨਾਲ ਚੱਲਦੇ ਪਏ ਆ। ਇਹ ਉਸਲੇ ਇਹਨਾਂ ਨੂੰ ਭਾਰਦਵਾਜ ਸਾਹਿਬ, ਇਹੋ ਜਿਹੀਆਂ ਕਈ ਤਸਵੀਰਾਂ ਤੁਸੀਂ ਟਰੋਲ ਵੀ ਕਰ ਦੋਗੇ, ਵਾਇਰਲ ਵੀ ਕਰ ਦੋਗੇ। ਆ ਮੈਂ 2014 ਵਿੱਚ ਆਪ ਖਿੱਚੀ ਸੀ ਸਰ ਫੋਟੋ ਉੱਥੇ ਦਰਬਾਰ ਸਾਹਿਬ ਦੇ ਵਿੱਚ, ਬਾਹਰਲੇ ਪਾਸੇ ਜੋੜਾ ਘਰ ਦੇ ਨੇੜੇ। ਇਹਦੇ ਵਿੱਚ ਸਾਰੀ ਬਾਡੀ ਤੇ ਉਹਦੇ ਟੈਟੂ ਬਣਿਆ ਹੋਇਆ। ਇਹ ਫੋਰਨ ਤੋਂ ਆਇਆ ਸੀਗਾ ਬੰਦਾ, ਠੀਕ ਹੈ ਸਰ। ਇਹ ਵੀਡੀਓ ਬਣ ਗਿਆ, ਤੈਨੂੰ ਵਿਵਾਦ ਦਾ ਨਾਮ ਦੇ ਦਿਓ ਸਰ। ਨਹੀਂ ਵਿਵਾਦ, ਮੈਂ ਆਪ ਖਿੱਚੀ ਹੋਈ ਸਰ ਫੋਟੋ ਭਾਰਦਵਾਜ ਸਾਹਿਬ, ਮੈਂ ਆਪ ਖਿੱਚੀ ਹੋਈ। ਮੈਂ ਕਿਸੇ ਦੀ ਮੈਂ ਸੋਸ਼ਲ ਮੀਡੀਆ ਟਰੋਲ ਕੀਤੀਆਂ ਫੋਟੋਆਂ ਨਹੀਂ ਸਰ ਲੈ ਕੇ ਆ ਰਿਹਾ, ਮੈਂ ਆਪ ਖਿੱਚੀ ਹੋਈ ਫੋਟੋ ਹੈ। ਮੈਂ ਟਰੋਲ ਦੀ ਗੱਲ ਨਹੀਂ ਕਰਦਾ ਪਿਆ, ਮੈਂ ਇਹ ਗੱਲ ਕਰਦਾ ਪਿਆ ਵੀ ਜੇ ਤੁਸੀਂ ਮਰਿਆਦਾ ਰੱਖਣੀ ਹੈ ਤਾਂ ਹਰ ਇੱਕ ਨੂੰ ਇੱਕੋ ਤਰ੍ਹਾਂ ਦੀ ਮਰਿਆਦਾ ਰੱਖੋ। ਇਹ ਨਹੀਂ ਵੀ ਵਿਕਟੋਰੀਆ ਵਾਸਤੇ ਅਲੱਗ ਮਰਿਆਦਾ। ਭਾਰਦਵਾਜ ਸਾਹਿਬ, ਆਪਾਂ ਨੈਸ਼ਨਲਿਜ਼ਮ ਦਾ ਮੁੱਦਾ ਕਿਉਂ ਬਣਾਤਾ ਸਾਰੇ? ਮੈਨੂੰ ਤਾਂ ਇਹ ਨਹੀਂ ਸਮਝ ਆ ਰਿਹਾ। ਨੈਸ਼ਨਲਿਜ਼ਮ ਦਾ ਮੁੱਦਾ ਇਸ ਕਰਕੇ ਬਣ ਗਿਆ ਜਿਸਲੇ ਇਸ ਬੰਦੇ ਨੇ ਇਹ ਗੱਲ ਕਹੀ ਵੀ ਇਹ ਪੰਜਾਬ ਹੈ, ਕਹਿੰਦਾ ਭਾਰਤ ਨਹੀਂ ਹੈ। ਇਹਦਾ ਕੀ ਮਤਲਬ ਹੋਇਆ? ਇਹਦਾ ਮਤਲਬ ਤੁਸੀਂ ਆਮ ਤੁਹਾਡੇ ਦਿਮਾਗ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਭਾਰਤ ਦਾ ਹਿੱਸਾ ਨਹੀਂ ਸਮਝਦੇ ਪਏ। ਮੈਂ ਇਸ ਕਰਕੇ ਜਿਹੜੀ ਨੈਸ਼ਨਲਿਜ਼ਮ ਦੀ ਗੱਲ ਕਰਦਾ ਪਿਆ ਵੀ ਇਹ ਜਿਹੜੀ ਗੱਲ ਹੋਈ ਹੈ ਇਹ ਨੈਸ਼ਨਲਿਜ਼ਮ। ਚਲੋ ਮੈਨੂੰ ਭਾਰਦਵਾਜ ਸਾਹਿਬ ਇੱਕ ਚੀਜ਼ ਦੱਸ ਦਿਓ, ਭਾਰਦਵਾਜ ਸਾਹਿਬ ਮੈਨੂੰ ਇੱਕ ਚੀਜ਼ ਦੱਸ ਦਿਓ, ਜੇ ਮੂੰਹ ਤੇ ਪੇਂਟ ਕਰ ਲਿਆ ਤੇ ਫਿਰ ਬਾਕੀਆਂ ਨੂੰ, ਸਾਰੇ ਸਿੱਖਾਂ ਨੂੰ ਖਾਲਿਸਤਾਨ ਦਾ ਪੇਂਟ ਕਰ ਦਿਓ ਸਰ। ਇਹ ਕਿੱਥੇ ਲਿਖਿਆ ਸਰ? ਇਹ ਖਾਲਿਸਤਾਨ ਦਾ ਕਿਸੇ ਨੂੰ ਨਹੀਂ ਪੇਂਟ ਕਰਦੇ ਪਏ। ਖਾਲਿਸਤਾਨ ਦਾ ਪੇਂਟ ਸਿਰਫ ਉਹਨਾਂ ਨੂੰ ਕੀਤਾ ਜਾਂਦਾ ਪਿਆ ਜਿਹੜੇ ਖਾਲਿਸਤਾਨ ਦਾ ਝੰਡਾ, ਜਿੱਥੇ ਖਾਲਿਸਤਾਨ ਲਿਖਿਆ ਹੋਇਆ, ਖਾਲਸਾ ਰਾਜ ਦਾ ਨਹੀਂ, ਖਾਲਿਸਤਾਨ ਦਾ ਝੰਡਾ ਲੈ ਕੇ ਜਿਹੜੇ ਇੰਗਲੈਂਡ ਦੇ ਵਿੱਚ, ਜਿਹੜੇ ਕੈਨੇਡਾ ਦੇ ਵਿੱਚ, ਜਿਹੜੇ ਆਸਟ੍ਰੇਲੀਆ ਦੇ ਵਿੱਚ ਭਾਰਤ ਦੇ ਝੰਡੇ ਨੂੰ ਲਾਂਦੇ ਪਏ, ਐਮਬੈਸੀ ਤੋਂ ਲਾਇਆ ਉਹਨਾਂ ਨੇ ਔਰ ਪੈਰਾਂ ਦੇ ਵਿੱਚ। ਚਲੋ ਮੈਂ ਵਾਪਸ ਆ ਜੂ ਸਰ। ਸੋਸ਼ਲ ਮੀਡੀਆ ਤੇ ਸਰ ਟਰੋਲ ਇਸ ਤਰੀਕੇ ਕੀਤਾ ਜਾ ਰਿਹਾ ਸਿੱਖਾਂ ਨੂੰ ਕਿ ਉੱਥੇ ਤਾਂ ਜੀ ਦਰਬਾਰ ਸਾਹਿਬ ਦੇ ਬਾਹਰ ਖਾਲਿਸਤਾਨੀ ਖੜੇ ਆ, ਇਸ ਤਰੀਕੇ ਨਾਲ ਟਰੋਲ ਕੀਤਾ ਜਾ ਰਿਹਾ। ਨਹੀਂ, ਇਹ ਉਹ ਬੰਦੇ ਕਰਦੇ ਪਏ ਜਿਨ੍ਹਾਂ ਨੂੰ ਪੰਜਾਬ ਦੀ ਜਾਣਕਾਰੀ ਨਹੀਂ ਹੈ। ਇਹ ਬੰਦੇ ਬਾਹਰਲੇ ਜਿਹੜੇ ਆਪਣੇ ਕਹਿ ਲਓ ਕਿ ਪੰਜਾਬ ਤੋਂ ਜਿਹੜੇ ਬਾਹਰ ਰਹਿੰਦੇ ਪਏ ਆ, ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਸਾਡੇ ਪੰਜਾਬ ਦਾ ਬੰਦਾ ਇਹੋ ਜਿਹਾ ਟਰੋਲ ਨਹੀਂ ਕਰ ਸਕਦਾ। ਬਿਲਕੁਲ। ਚਲੋ ਠੀਕ, ਮੈਂ ਵਾਪਸ ਆਉਂਗਾ। ਮਾਲਵੀ ਸੇ ਮਾਲੀ, ਮੈਂ ਆ ਰਿਹਾ ਕੁਸ਼ਲਪਾਲ ਸਿੰਘ ਮਾਨ। ਮਾਲੀ ਸਾਹਿਬ, ਸਰ ਅਸੀਂ ਕਿਹੋ ਜਿਹੇ ਮੁੱਦਿਆਂ ਤੇ ਬਹਿਸ ਕਰ ਰਹੇ ਹਾਂ? ਮਾਲੀ ਸਾਹਿਬ, ਮੈਨੂੰ ਤਾਂ ਇਹ ਵਿਸ਼ਾ ਚੁਣਨ ਲੱਗਿਆ ਬੜਾ ਸੋਚਣਾ ਪਿਆ, ਵਿਚਾਰਨਾ ਪਿਆ ਕਿ ਕਿਤੇ ਅਸੀਂ ਵੀ ਉਸ ਭੀੜ ਵਿੱਚ ਸ਼ਾਮਲ ਨਾ ਹੋ ਜਾਈਏ ਜਿਹੜਾ ਕਿ ਹੁੜਦੰਗ ਹੀ ਮਚਾ ਰਹੀ ਹੈ। ਮਾਲੀ ਸਾਹਿਬ, ਸਮੱਸਿਆ ਕੇਪੀ ਜੀ ਸਭ ਤੋਂ ਵੱਡੀ ਇਹ ਆ, ਜਾਣਕਾਰੀ ਤੇ ਅਕਲ ਦੋ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ। ਸਾਨੂੰ ਜਾਣਕਾਰੀ ਤਾਂ ਬਹੁਤ ਚੀਜ਼ਾਂ ਦੀ ਆ, ਪਰ ਸਾਨੂੰ ਅਕਲ ਬਹੁਤ ਘੱਟ ਆ, ਖਾਸ ਕਰਕੇ ਨਵੀਂ ਪੀੜ੍ਹੀ ਨੂੰ। ਮੈਨੂੰ ਇਹ ਕਹਿਣ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਉੱਥੇ ਮਰਿਆਦਾ ਦਾ ਕੋਈ ਮਸਲਾ ਉਸ ਰੂਪ ਦੇ ਵਿੱਚ ਨਹੀਂ ਉੱਭਰਿਆ।
ਸਵਾਲ ਉਹ ਬੀਬੀ ਨੇ ਕੀਤਾ, ਬੱਚੀ ਨੇ ਕੀਤਾ, ਇਹ ਭਾਰਤ ਹੈ ਜਾਂ ਨਹੀਂ। ਉਹਨੇ ਜਵਾਬ ਦਿੱਤਾ ਇਹ ਪੰਜਾਬ ਹੈ। ਕਿਸੇ ਵੀ ਪੱਖੋਂ ਇਹ ਗਲਤ ਗੱਲ ਨਹੀਂ। ਭਾਰਤ ਦਾ ਸੰਵਿਧਾਨ ਕੀ ਕਹਿੰਦਾ? ਇੰਡੀਆ ਭਾਰਤ ਇਜ਼ ਏ ਯੂਨੀਅਨ ਆਫ ਸਟੇਟਸ। ਰਾਜਾਂ ਨੇ ਭਾਰਤ ਬਣਾਇਆ, ਭਾਰਤ ਨੇ ਰਾਜ ਨਹੀਂ ਬਣਾਏ। ਗੱਲ ਸਮਝਣ ਵਾਲੀ ਗੱਲ ਇਹ ਆ, ਇੱਕ ਗੁਲਦਸਤਾ, ਅੱਡ-ਅੱਡ ਤਰ੍ਹਾਂ ਦਾ ਗੁਲਦਸਤਾ, ਅੱਡ-ਅੱਡ ਤਰ੍ਹਾਂ ਦੇ ਰੰਗ ਨੇ, ਭਗਵੀ ਚਟਨੀ ਤਾਂ ਹੈ ਨਹੀਂ। ਜੇ ਲੋਕ ਸਭਾ ਦੇ ਵਿੱਚ ਰਾਹੁਲ ਗਾਂਧੀ ਸਪੀਚ ਦਿੰਦਾ, ਇੰਡੀਆ ਇਜ਼ ਨਾਟ ਏ ਨੇਸ਼ਨ, ਇੰਡੀਆ ਇਜ਼ ਏ ਮਲਟੀਨੈਸ਼ਨਲ ਕੰਟਰੀ, ਅਸੀਂ ਰਾਜਾਂ ਨਾਲ ਸਮਝੌਤੇ ਕੀਤੇ ਨੇ, ਰਾਜਾਂ ਨੇ ਏਕਤਾ ਕੀਤੀ ਆ, ਕੀ ਇਹ ਧਰਤੀ ਭਾਰਤ ਦਾ ਹਿੱਸਾ ਹੈ ਜਾਂ ਨਹੀਂ? ਇਹ ਤਾਂ ਸਵਾਲ ਨਹੀਂ ਕੀਤਾ ਕਿਸੇ ਨੇ। ਸਵਾਲ ਇਹ ਕੀਤਾ ਇਹ ਭਾਰਤ ਨਹੀਂ ਹੈ, ਉਹਨੇ ਕਿਹਾ ਇਹ ਪੰਜਾਬ ਹੈ। ਇਹ 'ਚ ਗਲਤ ਗੱਲ ਕੀ ਆ? ਇੱਥੇ ਆ ਕੇ ਉਹਨਾਂ ਨੇ ਸਭ ਤੋਂ ਵੱਡੀ ਮਰੋੜੀ ਦਿੱਤੀ ਹੈ ਸਾਰੀ ਗੱਲ ਨੂੰ, ਬਹਿਸ ਨੂੰ। ਨਾ ਸੰਵਿਧਾਨਕ ਤੌਰ ਤੇ ਨਾ ਕਾਨੂੰਨੀ ਤੌਰ ਤੇ ਇਹ ਗੱਲ ਗਲਤ ਆ, ਪਰ ਹਾਲਤ ਇਹ ਆ ਵੀ ਸ਼੍ਰੋਮਣੀ ਕਮੇਟੀ ਆ ਜਿਹੜੀ ਉਹ ਖੁਦ ਹੀ ਪੈਰੋਂ ਉਖੜੀ ਹੋਈ ਆ। ਉਹ ਮੈਂ ਕਹਿੰਦਾ ਸੇਵਾਦਾਰ ਆ। ਜੇ ਉਹਨੂੰ ਨਹੀਂ ਸਮਝ ਆਉਂਦੀ ਸੀ, ਉਹਨਾਂ ਨੂੰ ਸੇਵਾਦਾਰ ਦੇ ਸੰਬੰਧੀ ਇਨਫੋਰਮੇਸ਼ਨ ਸੈਂਟਰ 'ਚ ਜਾਣਾ ਚਾਹੀਦਾ ਸੀ ਵੀ ਦੇਖੋ ਜੀ ਤੁਹਾਡਾ ਇੱਕ ਸੇਵਾਦਾਰ ਆ, ਉਹਦਾ ਸਹੀ ਬਿਹੇਵੀਅਰ ਨਹੀਂ, ਸਹੀ ਵਰਤਾਅ ਨਹੀਂ। ਜਾਂ ਸੇਵਾਦਾਰ ਉਹਨੂੰ ਕਹਿੰਦਾ ਜੇ ਮੇਰੀ ਗੱਲ ਤੇ ਤੁਹਾਨੂੰ ਇਤਰਾਜ਼ ਆ ਜੀ, ਸਾਡੇ ਸੀਨੀਅਰ ਬੰਦੇ ਬੈਠੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰ ਲਓ। ਕਿਉਂ ਗੁਰਦੁਆਰਾ ਹਰ ਇੱਕ ਥਾਂ ਦੀ ਰਹਿਤ ਮਰਿਆਦਾ ਜੀ ਸਭ ਤੋਂ ਵੱਧ ਸੌਖੀ ਸੁਖੈਲ ਤੇ ਸਭ ਦੇ ਖਾਤਰ ਸਾਂਝੀ ਰਹਿਤ ਮਰਿਆਦਾ ਤਾਂ ਗੁਰਦੁਆਰਾ ਸਾਹਿਬਾਨ ਦੀ ਆ। ਚਾਹੇ ਉਹਨੂੰ ਤੁਸੀਂ ਚੌਂ ਵਰਨਾ ਕਾ ਸਾਂਝਾ ਕਹਿ ਲਓ, ਚਾਰੇ ਦਰਵਾਜ਼ੇ ਕਹਿ ਲਓ, ਜਿੱਥੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ। ਮਾਲੀ ਸਾਹਿਬ ਤੁਸੀਂ ਇਹ ਕਰ ਰਹੇ ਹੋ ਕਿ ਸ਼੍ਰੋਮਣੀ ਕਮੇਟੀ ਬਹੁਤ ਜਲਦੀ ਰਿਐਕਟ ਕਰਕੇ ਨਹੀਂ ਕਰਨਾ ਚਾਹੀਦਾ ਰਿਐਕਟ? ਸ਼੍ਰੋਮਣੀ ਕਮੇਟੀ ਡਰੀ ਹੋਈ ਆ ਜੀ। ਜੋ ਵਰਤਾਂਤ ਪੰਜਾਬ 'ਚ ਸਿਰਜਿਆ ਜਾ ਰਿਹਾ ਅੰਮ੍ਰਿਤਪਾਲ ਦੇ ਬਹਾਨੇ, ਜੋ ਕਿਸਾਨ ਅੰਦੋਲਨ ਨੇ ਇੱਕ ਵਰਤਾਂਤ ਸਿਰਜਿਆ ਸੀ ਵੀ ਸਿੱਖ ਕੀ ਚੀਜ਼ ਆ, ਖਾਲਸਾ ਪੰਥ ਕੀ ਚੀਜ਼ ਆ, ਉਹ ਕੀ ਕਰ ਸਕਦਾ, ਕਿਵੇਂ ਪੁਰਅਮਨ ਰਹਿ ਸਕਦਾ, ਉਹ ਵਰਤਾਂਤ ਨੂੰ ਤੋੜਨ ਲਈ ਜਿਹੜਾ ਵਰਤਾਂਤ ਸਿਰਜਿਆ ਜਾ ਰਿਹਾ ਉਹ ਤੋਂ ਘਬਰਾਈ ਹੋਈ ਅਸਲ ਸ਼੍ਰੋਮਣੀ ਕਮੇਟੀ। ਚਲੋ ਮੈਂ ਵਾਪਸ ਆਵਾਂ। ਗੁਰਸੇਵਕ ਸਿੰਘ ਮਾਨ, ਤੁਸੀਂ ਮਾਲੀ ਸਾਹਿਬ ਦੇ ਟਿੱਪਣੀ ਨਾਲ ਸਹਿਮਤ ਹੋ? ਇੱਕ ਭਾਰਦਵਾਜ ਸਾਹਿਬ ਜਿਹੜਾ ਕਮੈਂਟ ਕਰਦੇ ਪਏ ਆ ਨੈਸ਼ਨਲਿਜ਼ਮ ਵਾਲਾ। ਦੇਖੋ ਗੱਲ ਸੁਣੋ, ਮੈਂ ਵਾਲੀ ਸਾਹਿਬ ਦੀ ਟਿੱਪਣੀ ਨਾਲ ਸਹਿਮਤ ਹਾਂ ਭਈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਦੇ ਗੋਡਿਆਂ 'ਚ ਜਾਨ ਹੈ ਨਹੀਂ, ਇਹ ਉਂਝ ਹੀ ਗੋਡਿਆਂ ਭਾਰ ਆਈ ਪਈ ਹੈ। ਦੂਸਰੀ ਕੇਪੀ ਸਿੰਘ ਜੀ, ਮੈਂ ਭਾਰਦਵਾਜ ਸਾਹਿਬ ਦੀ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਹਾਂ। ਇਹ ਗੱਲ ਹੈ ਕਿ ਜਿਹੜੀ ਇਹ ਹੁਣ ਹੁਕਮਰਾਨ ਜਮਾਤ ਹੈ, ਇਹਦੇ 'ਚ ਬੜੀਆਂ ਡੀਪ ਮੀਨਿੰਗਸ ਹੈ ਜਿਹੜੀ ਇਹ ਗੱਲ ਹੋਈ ਹੈ। ਡੀਪ ਮੀਨਿੰਗ ਇਹ ਹੈ ਵੀ ਉਹ ਇੱਕ ਟੀਨੇਜਰ ਬੱਚੀ ਲੱਗ ਰਹੀ ਹੈ, ਉਹ ਇਹ ਗੱਲ ਇਨੀਸ਼ੀਏਟ ਕਰ ਰਹੀ ਹੈ ਭਈ ਇਹ ਭਾਰਤ ਹੈ ਕਿ ਨਹੀਂ ਹੈ। ਇਹ ਉਹ ਸਾਈਕੀ ਦੇ ਵਿੱਚ ਇਹ ਜਿਹੜੀ ਟੀਨੇਜ ਬੱਚੇ ਨੇ ਜਿਹੜੇ 2005-7 ਚ ਬੌਰਨ ਹੋਏ ਨੇ, 8-9 ਸਾਲ ਦੇ ਵਿੱਚ ਜਿਹੜੇ ਇਹ ਡਿਵਾਈਸਿਵ ਪੋਲਿਟਿਕਸ ਹੈ ਉਹ ਇਹਨਾਂ ਨੇ ਨਾ ਬੱਚਿਆਂ ਦੇ ਦਿਮਾਗ 'ਚ ਅੱਜ ਦੇ ਹੁਕਮਰਾਨਾਂ ਔਰ ਅੱਜ ਦੇ ਸਿਸਟਮ ਨੇ ਇਨਗ੍ਰੇਨ ਕਰਤਾ। ਇਹ ਭਾਰਤ ਹੈ ਕਿ ਪੰਜਾਬ ਹੈ, ਇਹ ਗੱਲ ਕਿਹਨੇ ਸ਼ੁਰੂ ਕੀਤੀ ਹੈ? ਇਹ ਉਸ ਬੱਚੀ ਨੇ ਸ਼ੁਰੂ ਕੀਤੀ, ਉਹਦੇ ਨਾਲ ਦੇ ਕਿਸੇ ਪੇਰੈਂਟ ਨੇ ਜਾਂ ਜਿਹੜੇ ਵੀ ਕੰਪਲੈਕਸ ਸੀਗੇ ਉਹਨਾਂ ਨੇ ਨਹੀਂ ਗੱਲ ਕੀਤੀ। ਦੂਸਰਾ ਪਾਸਾ ਸਾਨੂੰ ਇਹ ਦੇਖਣ ਦੀ ਲੋੜ ਹੈ ਭਈ ਹਰ ਸਿੱਖ ਅੱਜ ਇਹ ਕਿਉਂ ਸਮਝਣ ਲੱਗ ਗਿਆ ਹੈ ਭਈ ਇਹ ਪੰਜਾਬ ਹੈ, that we are ਕਿਉਂ ਜਿਹੜੀ ਸਿੱਖ ਸਾਈਕੀ ਹੈ ਇਹ ਕੀ ਹੋਇਆ ਪਿਛਲੇ 17-75 ਸਾਲਾਂ 'ਚ ਯੂਨੀਅਨ ਆਫ ਇੰਡੀਆ ਤੋਂ ਇੰਨੀ ਦੂਰ ਚਲੀ ਗਈ ਹੈ, ਜਦੋਂ ਕਿ ਸਾਡੇ ਬਜ਼ੁਰਗਾਂ ਨੇ ਯੂਨੀਅਨ ਆਫ ਇੰਡੀਆ 1947 'ਚ ਵਿਲਫੁਲੀ ਜੁਆਇਨ ਕੀਤੀ ਸੀ। ਸੋ ਇਹ ਜਿਹੜੀ ਡਿਵਾਈਸਿਵ ਪੋਲਿਟਿਕਸ ਮੈਨੂੰ ਇੱਕ ਚੀਜ਼ ਦੱਸ ਦਿਓ ਗੁਰਸੇਵਕ ਸਿੰਘ ਮਾਨ, ਮੈਨੂੰ ਇੱਕ ਚੀਜ਼ ਦੱਸ ਦਿਓ, ਤੁਸੀਂ ਡਿਵਾਈਸਿਵ ਪੋਲਿਟਿਕਸ ਦੀ ਗੱਲ ਕਰਦੇ ਪਿਓ। ਭਾਰਦਵਾਜ ਸਾਹਿਬ ਕਹਿ ਰਹੇ ਕਿ ਐਸਜੀਪੀਸੀ ਦਾ ਜਿਹੜਾ ਸੇਵਾਦਾਰ ਹੈ ਜੇ ਉਹਨੂੰ ਇਹ ਸਿੱਖਿਆ ਦਿੱਤੀ ਗਈ ਹੈ ਤਾਂ ਇਸ਼ੂ ਆਇਆ। ਤੁਸੀਂ ਇਹ ਸੁਣ ਤਾਂ ਲਓ ਨਾ ਸਰ, ਤੁਸੀਂ ਇਹ ਕਹਿ ਰਹੇ ਹੋ ਕਿ ਉਹ ਬੱਚੀ ਹੈ ਜਿਹੜੀ ਉਹਨੂੰ ਇਹੋ ਜਿਹੀ ਸਿੱਖਿਆ ਦਿੱਤੀ ਗਈ, ਡਿਵਾਈਸਿਵ ਪੋਲਿਟਿਕਸ ਉਹਨੂੰ ਸਿਖਾਈ ਗਈ ਹੈ, ਇਸ ਲਈ ਉਹਦੇ ਮਨ ਵਿੱਚ ਇਹ ਸਵਾਲ ਆਇਆ। ਸਰ ਉਹਨੂੰ ਸਮਝਾਈਏ ਕਿਹਨੂੰ? ਸਰ ਮੈਨੂੰ ਮਾਨ ਸਾਹਿਬ ਇਹ ਤਾਂ ਦੱਸ ਦਿਓ ਨਾ। ਸਿੰਘ ਜੀ ਤੁਸੀਂ ਨਹੀਂ ਸਮਝ ਰਹੇ, ਮੈਂ ਸ਼ਾਇਦ ਸਮਝਾਉਣ 'ਚ ਸਮਰਥ ਹਾਂ। ਮੈਂ ਇਹ ਨਹੀਂ ਕਹਿ ਰਿਹਾ ਵੀ ਕਿਸੇ ਨੂੰ ਟਿਊਟਰ ਕੀਤਾ ਗਿਆ, ਨਾ ਮੈਂ ਕਹਿ ਰਿਹਾ ਉਹ ਬੱਚੀ ਨੂੰ ਟਿਊਟਰ ਕੀਤਾ ਗਿਆ, ਨਾ ਮੈਂ ਕਹਿ ਰਿਹਾ ਵੀ ਐਸਜੀਪੀਸੀ ਨੇ ਸੇਵਾਦਾਰ ਨੂੰ ਟਿਊਟਰ ਕੀਤਾ। ਮੈਂ ਕਹਿ ਰਿਹਾ ਉਹ ਬੱਚੀ ਜਿਸ ਮਾਹੌਲ 'ਚ ਗਰੋ ਕਰ ਰਹੀ ਹੈ, ਜਿਹਦੇ 'ਚ ਇੰਨੀ ਰਿਲੀਜੀਅਸ ਡਿਸਪੈਰਿਟੀ, ਇੰਨਾ ਕੌਮਾਂ ਫਰਕ, ਜਿਹੜੀ ਕੋਹੈਸਿਵ ਸੁਸਾਇਟੀ ਹੈ ਉਹਦਾ ਫੈਬਰਿਕ ਹੀ ਅੱਜ ਦੇ ਹੁਕਮਰਾਨ ਨੇ ਤੋੜਤਾ ਹੈ। ਜੇ ਉਹ ਗੁਰਦੁਆਰਾ ਸਾਹਿਬ ਮਾਨ ਸਾਹਿਬ ਮੈਂ ਤੁਹਾਡੀ ਗੱਲ ਸਮਝ ਗਿਆ। ਮਾਨ ਸਾਹਿਬ ਮੈਂ ਤੁਹਾਡੀ ਗੱਲ ਸਮਝ ਗਿਆ, ਮੈਨੂੰ ਲੱਗਦਾ ਸਾਡਾ ਦਰਸ਼ਕ ਵੀ ਸਮਝੂਗਾ। ਮਾਨ ਸਾਹਿਬ ਮਾਹੌਲ ਆਪਣੇ ਆਪ ਵਿੱਚ ਟਿਊਟਰ ਹੁੰਦਾ ਸਰ, ਜ਼ਰੂਰੀ ਨਹੀਂ ਹਰ ਚੀਜ਼ ਡਿਕਟੇਟ ਕੀਤੀ ਜਾਵੇ ਜਾਂ ਟਿਊਟ ਕੀਤੀ ਜਾਵੇ ਸਰ। ਜਦੋਂ ਜਿਹੜੇ ਅੱਜ ਦੇ ਹੁਕਮਰਾਨ ਨੇ ਜਿਹੜੇ ਸੁਸਾਇਟੀ ਨੂੰ ਲੀਡ ਕਰ ਰਹੇ ਨੇ,
ਜੇ ਉਹ ਗੱਲ ਹੀ ਹਮੇਸ਼ਾ ਕਰਨਗੇ ਆ ਮੁਸਲਮਾਨ ਹੈ, ਆ ਹਿੰਦੂ ਹੈ, ਆਹ ਬੀਫ ਖਾਂਦੇ ਨੇ, ਉਹਨਾਂ ਦੀ ਲਿੰਚਿੰਗ ਹੋਊਗੀ। ਜਦੋਂ ਤੁਸੀਂ ਪਾਕਿਸਤਾਨ ਨੂੰ ਜਾਂ ਜਿਹੜਾ ਮੁਸਲਿਮ ਕੰਟਰੀ ਹੈ ਉਹਨੂੰ ਐਨੀਮੀ ਕੰਟਰੀ ਟਰੀਟ ਕਰਦੇ ਹੋ ਕਿਉਂਕਿ ਉਹ ਇੱਕ ਇਸਲਾਮਿਕ ਕੰਟਰੀ ਹੈ, ਤੁਹਾਡੀ ਜਿਹੜੀ ਡੈਫੀਨੇਸ਼ਨ ਹੈ, ਤੁਸੀਂ ਚਾਈਨਾ ਨੂੰ, ਇੰਡੀਅਨ ਸੋਸਾਇਟੀ ਇਹ ਸੋਸਾਇਟੀ ਲੈਵਲ ਦਾ ਪ੍ਰੋਬਲਮ ਹੈ, ਉਹ ਚਾਈਨਾ ਨੂੰ ਐਨੀਮੀ ਕੰਟਰੀ ਨਹੀਂ ਟਰੀਟ ਕਰਦੀ। ਚਲੋ ਇੰਡੀਅਨ ਸੋਸਾਇਟੀ ਪਾਕਿਸਤਾਨ ਨੂੰ ਸਿੰਸ ਇਟਸ ਐਨ ਇਸਲਾਮਿਕ ਕੰਟਰੀ ਉਹਨੂੰ ਐਨੀਮੀ ਕੰਟਰੀ ਟਰੀਟ ਕਰਦੀ। ਚਲੋ ਠੀਕ ਹੈ। ਕੰਟਰੀ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਇਹ ਡਿਬੇਟ ਆ ਜਿਹੜੀ ਇਹ ਹੋਰ ਲੈਵਲ ਤੇ ਜਾ ਰਹੀ ਹੈ ਤੇ ਉਸ ਲੈਵਲ ਨੂੰ ਸਮਝਣ ਦੀ ਜ਼ਰੂਰਤ ਹੈਗੀ ਆ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਅਸੀਂ ਇਹ ਪੁੱਛਿਆ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਐਂਟਰੀ ਵਿਵਾਦ ਤੇ ਦੇਸ਼ ਵਿਦੇਸ਼ ਵਿੱਚ ਵੱਡੀ ਬਹਿਸ ਕਿਉਂ ਛਿੜੀ? ਵਿਜੇ ਭਾਰਦਵਾਜ ਜੀ, ਜੋ ਕੁਸ਼ਲਪਾਲ ਸਿੰਘ ਮਾਨਹਰੀ ਕਹਿ ਰਿਹਾ, ਮੈਂ ਉਸੇ ਸਵਾਲ ਨੂੰ ਅੱਗੇ ਵਧਾ ਰਿਹਾ। ਕਹਿੰਦੇ ਡਿਵਾਈਸਿਵ ਪੋਲਿਟਿਕਸ ਦਾ ਇਹ ਨਤੀਜਾ, ਜਿਹੋ ਜਿਹਾ ਮਾਹੌਲ, ਜਿਹੋ ਜਿਹਾ ਬਰਤਾਂਤ ਅਸੀਂ ਸਿਰਜਣਾ ਚਾਹ ਰਹੇ ਹਾਂ, ਉਹੋ ਜਿਹਾ ਕੁਝ ਹੋ ਰਿਹਾ। ਭਾਰਦਵਾਜ ਸਾਹਿਬ, ਇਹਦੇ ਲਈ ਸਾਰੀਆਂ ਧਿਰਾਂ ਹੀ ਜ਼ਿੰਮੇਵਾਰ ਹੈ ਜਿਹੋ ਜਿਹਾ ਮਾਹੌਲ ਬਣਾਇਆ ਜਾ ਰਿਹਾ ਦੇਸ਼ ਵਿੱਚ। ਭਾਰਦਵਾਜ ਸਾਹਿਬ। ਨਹੀਂ ਦੇਖੋ, ਮੈਂ ਮਾਨ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹ ਇਹ ਗੱਲ ਕਹਿ ਰਹੇ ਹੈ ਵੀ ਕਿਤੇ ਨਾਮ ਲੜਕੀ ਨੇ ਕਿਹਾ ਵੀ ਇਹ ਭਾਰਤ ਹੈ ਤੇ ਉਹਨੇ ਕਿਹਾ ਵੀ ਨਹੀਂ ਇਹ ਪੰਜਾਬ ਹੈ। ਇਹ ਗੱਲ ਝੂਠੀ ਹੈ। ਨੰਬਰ 2, ਉੱਥੇ ਗੱਲ ਇਹ ਹੋਈ ਸੀ ਕਿ ਲੜਕੀ ਦੇ ਮੂੰਹ ਦੇ ਉੱਤੇ ਜਿਹੜਾ ਇੱਕ ਟੈਟੂ ਬਣਿਆ ਹੋਇਆ ਸੀਗਾ, ਤਿਰੰਗੇ ਦਾ ਟੈਟੂ ਸੀਗਾ, ਚਾਹੇ ਉਹ ਆਪਣੇ ਨੈਸ਼ਨਲ ਫਲੈਗ ਨਹੀਂ ਸੀਗਾ, ਇੱਕ ਟੈਟੂ ਬਣਿਆ ਹੋਇਆ ਸੀਗਾ। ਮੇਰੇ ਖਿਆਲ ਤਾਂ ਆਪਣੇ ਅਟਾਰੀ ਬਾਰਡਰ ਤੋਂ ਆਏ ਹੋਣੇ ਆ, ਉਹਦੇ ਉਸ ਤਰ੍ਹਾਂ ਹੀ ਉਹਦੇ ਗਲ ਦੇ ਉੱਤੇ ਲੱਗਿਆ ਹੋਏਗਾ ਤੇ ਉਸੇ ਤਰੀਕੇ ਨਾਲ ਦਰਸ਼ਨ ਕੀ ਬੰਦੇ ਬਾਹਰੋਂ ਆਉਂਦੇ ਆ ਤੇ ਚਾਹੁੰਦੇ ਆ ਵੀ ਪਹਿਲਾਂ ਦਰਬਾਰ ਸਾਹਿਬ ਚੱਲ ਜਾਈਏ, ਫਿਰ ਦੁਰਗਿਆਨੇ ਮੰਦਿਰ ਚੱਲ ਜਾਈਏ, ਫਿਰ ਜਲਿਆਂਵਾਲਾ ਬਾਗ ਦੇਖ ਲਈਏ। ਉਹ ਉਸੇ ਤਰੀਕੇ ਨਾਲ ਟੈਟੂ ਲੱਗਿਆ। ਉਹ ਤੇਰੀ ਲੜਕੀ ਕਿਤੇ ਚਲੀ ਗਈ। ਉਸ ਜਿਹੜੇ ਉਸ ਚੌਕੀਦਾਰ ਨੇ, ਜਿਹੜੇ ਪਹਿਰੇਦਾਰ ਨੇ, ਜਿਹੜਾ ਸੇਵਾਦਾਰ ਸੀਗਾ, ਉਹਨੇ ਜਿਸਲੇ ਉਹਨੂੰ ਰੋਕਿਆ ਵੀ ਤੂੰ ਆਪਣਾ ਟੈਟੂ ਉਤਾਰ, ਤੇ ਉਹਨੇ ਉੱਥੇ ਉਹਨੂੰ ਕੁਐਸਚਨ ਕੀਤਾ ਵੀ ਕੀ ਗੱਲ ਇਹ ਭਾਰਤ ਨਹੀਂ ਹੈ, ਉੱਥੇ ਸਾਨੂੰ ਤਿਰੰਗੇ ਨੂੰ ਉਤਾਰਨ ਦੀ ਕੋਸ਼ਿਸ਼ ਕਰਦਾ ਪਿਆ। ਤਾਂ ਉਹਨੇ ਕਿਹਾ, ਕਹਿੰਦਾ ਭਾਰਤ ਨਹੀਂ ਹੈ, ਕਹਿੰਦਾ ਪੰਜਾਬ ਹੈ। ਮਤਲਬ ਕਿ ਗੱਲ ਉੱਥੋਂ ਬਣੀ ਹੈ। ਇਹ ਗੱਲ ਇਹ ਇੱਕ ਆਮ ਜਿਹੜਾ ਛੋਟੇ ਬੱਚੇ ਦੀ ਦਿਮਾਗ ਵਿੱਚ ਗੱਲ ਆਉਂਦੀ ਹੈ। ਜੇ ਮੈਂ ਇਹ ਤਿਰੰਗਾ ਝੰਡਾ ਜਿਹੜਾ ਮੈਂ ਮੂੰਹ ਤੇ ਲਗਾਇਆ ਹੋਇਆ, ਅਗਰ ਇਹ ਮੈਂ ਲੈ ਕੇ ਜਾ ਰਹੀ ਹਾਂ, ਕੋਈ ਗਲਤ ਜਗ੍ਹਾ ਤੇ ਨਹੀਂ, ਕੋਈ ਗਲਤ ਚੀਜ਼ ਵੀ ਨਹੀਂ ਹੈ, ਕੋਈ ਵਲਗਰ ਚੀਜ਼ ਨਹੀਂ ਸੀਗੀ। ਉਹ ਇੱਕ ਭਾਰਤ ਦਾ ਸਿੰਬਲ ਸੀਗਾ, ਇੱਕ ਤਿਰੰਗਾ ਸੀਗਾ। ਅਗਰ ਉਹ ਚਲੇ ਵੀ ਜਾਂਦੇ ਅੰਦਰ, ਕੋਈ ਇਹਦੇ ਨਾਲ ਮਰਿਆਦਾ ਭੰਗ ਨਹੀਂ ਹੋਣੀ ਸੀਗੀ। ਵੈਸੇ ਤੁਸੀਂ ਹੁਣੀ ਦਿਖਾ ਰਹੇ ਸੀ ਟੈਟੂ ਜਿਹੜੇ ਲੱਗੇ ਹੋਏ ਆ, ਪੂਰੀਆਂ ਬਾਹਾਂ ਦੇ ਉੱਤੇ ਟੈਟੂ ਲਗਾ ਕੇ ਅੰਦਰ ਦਰਬਾਰ ਸਾਹਿਬ ਮੱਥਾ ਟੇਕ ਜਾਂਦੇ ਆ। ਉਸਲੇ ਤਾਂ ਕੋਈ ਦੇਖਦਾ ਨਹੀਂ ਹੈ। ਉਹ ਵੀ ਨੰਗੀਆਂ ਬਾਹਾਂ ਕਰਕੇ, ਨੰਗਾ ਸਰੀਰ ਕਰਕੇ ਜਾਂਦੇ ਆ, ਉਸਲੇ ਤਾਂ ਕੋਈ ਦੇਖਦਾ ਨਹੀਂ ਹੈ। ਪਰ ਜੇ ਕੋਈ ਇੱਕ ਨੈਸ਼ਨਲ ਆਪਣਾ ਤਿਰੰਗੇ ਝੰਡੇ ਦਾ ਇੱਕ ਨਿਸ਼ਾਨ ਤੇ ਲਗਾ ਕੇ ਬੰਦਾ ਜਾਂਦਾ ਪਿਆ, ਜਾ ਰਹੀ ਹੈ ਲੜਕੀ, ਜਾਂਦੀ ਪਈ, ਉਹ ਵੀ ਇਨੋਸੈਂਟ ਇੱਕ ਛੋਟੀ ਲੜਕੀ, ਉਹ ਅਗਰ ਜਾਂਦੀ ਪਈ ਹੈ, ਉਹ ਤਰੀਕੇ ਨਾਲ ਸਮਝਾਇਆ ਜਾ ਸਕਦਾ ਸੀਗਾ। ਚਲੋ ਵਿੱਚ ਠੀਕ ਹੈ। ਭਾਰਤ ਸਾਹਿਬ ਮੈਂ ਵਾਪਸ ਆ ਜਾਊਂਗਾ। ਮਨਜੀਤ ਸਿੰਘ ਜੀ, ਮਾਲੀ ਸਾਹਿਬ ਇਹ ਕਹਿ ਰਹੇ ਆ ਤੇ ਕੁਸ਼ਲਪਾਲ ਸਿੰਘ ਮਾਨ ਨੇ ਉਸ ਬਿਆਨ ਦੀ ਤਾਇਦ ਕੀਤੀ ਹੈ ਵੀ ਸ਼੍ਰੋਮਣੀ ਕਮੇਟੀ ਬਹੁਤ ਜਲਦੀ ਪੈਰੋਂ ਉਖੜ ਗਈ ਹੈ, ਘਬਰਾਈ ਹੋਈ ਹੈ। ਮਨਜੀਤ ਸਿੰਘ ਜੀ, ਜੇ ਮਰਿਆਦਾ ਵਾਲਾ ਸਵਾਲ ਸੀਗਾ, ਉਸ ਨੂੰ ਵਿਵਾਦ ਨਹੀਂ ਬਣ ਦੇਣਾ ਚਾਹੁੰਦੇ, ਸੰਵਾਦ ਕਰਦੇ ਨਾ। ਮਨਜੀਤ ਸਿੰਘ ਜੀ ਬੋਲੋ ਸਰ। ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਪਹਿਲਾਂ ਤਾਂ ਇਹ ਸਾਰੀ ਗੱਲ ਆਪਦੇ ਦਿਲ ਦਿਮਾਗ ਚੋਂ ਕੱਢੋ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਘਬਰਾਈ ਨਹੀਂ ਗਈ, ਕੋਈ ਕਿਸੇ ਤੋਂ ਕੋਈ ਬਹੁਤੀ ਸਿੱਖਿਆ ਲੈਣ ਦੀ ਲੋੜ ਨਹੀਂ ਗਈ। ਉੱਥੇ ਬਿਲਕੁਲ ਸਹੀ ਪ੍ਰਬੰਧ ਚੱਲ ਰਿਹਾ ਹੈ। ਔਰ ਇਹੋ ਜਿਹਾ ਨੈਰੇਟਿਵ ਆਪਾਂ ਬਣਾ ਰਹੇ, ਘਬਰਾਈ ਸ਼੍ਰੋਮਣੀ ਕਮੇਟੀ ਨੂੰ ਕੀ ਹੋਇਆ ਜਿਹੜੇ ਕਰਕੇ ਘਬਰਾਈ ਆ ਜੀ? ਇੱਕ ਸਿੱਖਾਂ ਦੀ ਚੁਣੀ ਹੋਈ ਸੰਸਥਾ, ਔਰ ਮੈਂ ਸਮਝਦਾ ਕਿ ਸਾਰੇ ਵਰਲਡ ਦੇ ਵਿੱਚ ਇਹੋ ਜਿਹੀ ਚੁਣੀ ਹੋਈ ਸੰਸਥਾ ਜਿਹੜੀ ਆ ਲੋਕ ਚੁਣਦੇ ਆ ਔਰ ਸਿੱਖ ਚੁਣਦੇ ਆ, ਉਹਦਾ ਪ੍ਰਬੰਧ ਕਰਦੀ ਹੈ। ਤੇ ਜੇ ਛੋਟੀ ਜੀ ਗੱਲ ਉਹਦੇ 'ਚ ਕੋਈ ਆ ਗਈ ਆ, ਜਾਂ ਉਹ ਬੇਟੀ ਨੂੰ ਨਹੀਂ ਸਮਝ ਲੱਗੀ, ਜਾਂ ਸਮਝਾਉਣ ਵਾਲੇ ਨੂੰ ਨਹੀਂ ਲੱਗੀ, ਉਹਨੂੰ ਆਪਾਂ ਐਡਾ ਇਸ਼ੂ ਕਿਉਂ ਬਣਾਈ ਜਾਂਦੇ ਆ? ਜਿਸ ਤਰ੍ਹਾਂ ਭਾਰਦਵਾਜ ਜੀ ਕਹਿਣ ਰਹੇ ਆ ਵੀ ਉਹ ਟੈਟੂ ਸੀ ਜਾਂ ਉਹ ਆਪਣਾ ਤਿਰੰਗੇ ਦਾ ਨਿਸ਼ਾਨ ਸੀ। ਇਹ ਤਿਰੰਗੇ ਦਾ ਨਿਸ਼ਾਨ ਲੈ ਕੇ ਕਿਹਨੇ ਦਿੱਤਾ? ਲੈ ਕੇ ਤਾਂ ਅਸੀਂ ਦਿੱਤਾ, ਪੰਜਾਬੀਆਂ ਨੇ 80% ਕੁਰਬਾਨੀਆਂ ਕਰਕੇ ਲੈ ਕੇ ਦਿੱਤਾ। ਸਾਡਾ ਭਾਰਤ ਆ, ਕਹਿੰਦਾ ਇਹਨਾਂ ਦਾ ਥੋੜਾ ਭਾਰਤ ਆ ਵੀ ਇਕੱਲਾ ਇਹਨਾਂ ਦਾ ਹੀ ਆਪਾਂ ਸਾਡੇ ਕਰਕੇ ਆ। ਬਿਲਕੁਲ ਪਿਛਲੇ ਟਾਈਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਆ ਜਦੋਂ ਕੋਵਿਡ ਆਇਆ ਸੀ, ਕਿਹੜੇ ਲੰਗਰ ਲਾਏ ਆ, ਔਰ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਨੇ ਜਿਹੜੇ ਆ ਆਕਸੀਜਨਾਂ ਦੇ ਲੰਗਰ ਲਾਏ ਆ। ਮਨਜੀਤ ਸਿੰਘ ਜੀ,
ਮਨਜੀਤ ਮੇਰੀ ਸਿੰਘ ਬੇਨਤੀ ਮਨਜੀਤ ਮੇਰੀ- ਮੈਂ ਤੁਹਾਡੀ ਗੱਲ ਹੀ ਸੁਣ ਰਿਹਾ ਸਰ, ਤੁਹਾਡੀ ਗੱਲ ਸੁਣ ਮਨਜੀਤ ਸਿੰਘ ਜੀ। ਚਾਰ ਦਰਵਾਜ਼ੇ ਸੱਚਖੰਡ ਹਰਿਮੰਦਰ ਸਾਹਿਬ ਤੇ, ਮਨਜੀਤ- ਔਰ ਹਿੰਦੂ ਆ ਜੇ, ਮੁਸਲਮਾਨ ਆ ਜੇ, ਈਸਾਈ ਆ ਜੇ, ਪਾਰਸੀ ਆ ਜੇ, ਬੋਧੀ ਆ ਜੇ, 24 ਘੰਟੇ ਜਦੋਂ ਮਰਜ਼ੀ ਆ ਜੇ, ਕਿਸੇ ਨਾਲ ਕੋਈ ਭੇਤ ਨਹੀਂ ਹੈਗਾ। ਮਨਜੀਤ ਸਿੰਘ ਜੀ ਸਰ ਕਿਸੇ ਬਾਹਰ ਮਨਜੀਤ ਮਨਜੀਤ ਸਾਰਿਆਂ ਨੂੰ ਅਸੀਂ ਕਹਿੰਦੇ ਆ, ਉਹ ਸਾਡੇ ਗੁਰੂ ਕਹਿੰਦੇ ਆ। ਚਲੋ, ਗੁਰੂ ਠੀਕ- ਗ੍ਰੰਥ ਠੀਕ- ਸਾਹਿਬ ਲਿਖਦੇ। ਠੀਕ ਹੈ ਮਨਜੀਤ ਸਿੰਘ, ਇੱਕ ਮਿੰਟ ਰੁਕ ਜਾਓ। ਮਾਲੀ ਸਾਹਿਬ ਮਨਜੀਤ ਸਿੰਘ ਜੀ ਵੀ ਇਹ ਚੀਜ਼ਾਂ ਦੱਸ ਰਹੇ ਆ ਕਿ ਪੰਜਾਬੀਆਂ ਦੀ ਬਹੁਤ ਵੱਡੀ ਕੁਰਬਾਨੀ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ। ਮੇਰਾ ਸਵਾਲ ਹੈ ਮਾਲੀ ਸਾਹਿਬ, ਕੁਝ ਕੁ ਸਾਲਾਂ ਬਾਅਦ ਸਿੱਖਾਂ ਨੂੰ ਦੱਸਣਾ ਕਿਉਂ ਪੈਂਦਾ ਕਿ ਅਸੀਂ ਕੁਰਬਾਨੀ ਦਿੱਤੀ ਹੈ, ਅਸੀਂ ਇੰਨੀ ਸੇਵਾ ਕਰਦੇ, ਕਿਉਂ ਦੱਸਣਾ ਪੈ ਰਿਹਾ ਮਾਲੀ ਸਾਹਿਬ? ਮੇਰਾ ਸਵਾਲ ਤਾਂ ਇਹ ਹੈ ਸਰ। ਉਹ ਇਸ ਕਰਕੇ ਦੱਸਣਾ ਪੈ ਰਿਹਾ ਕਿਉਂਕਿ ਸਿੱਖਾਂ ਨੂੰ ਹਮੇਸ਼ਾ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਂਦਾ। ਜਦੋਂ ਇਹ ਹੱਕ ਸੱਚ ਦੀ ਆਵਾਜ਼ ਦੀ ਗੱਲ ਕਰਦੇ ਆ, ਹੱਕਾਂ ਦੀ ਲੜਾਈ ਦੀ ਗੱਲ ਕਰਦੇ ਆ, ਵਿਤਕਰੇ ਦੇ ਖਿਲਾਫ ਗੱਲ ਕਰਦੇ ਆ, ਤਾਂ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ। ਹੁਣ ਤੁਸੀਂ ਦੇਖੋ ਜੀ, ਹਰ ਥਾਂ ਤੇ ਧਾਰਮਿਕ ਸਥਾਨ ਦੀ ਆਪਣੀ ਮਰਿਆਦਾ। ਕਿੰਨੇ ਮੰਦਿਰ ਨੇ ਜਿਨ੍ਹਾਂ ਦੇ ਬਾਹਰ ਲਿਖਿਆ ਹੋਇਆ ਵੀ ਇੱਥੇ ਈਸਾਈ ਤੇ ਮੁਸਲਮਾਨ ਅੰਦਰ ਨਹੀਂ ਜਾ ਸਕਦੇ। ਇੰਦਰਾ ਗਾਂਧੀ ਨੇ ਜਗਨਨਾਥਪੁਰੀ ਜਦੋਂ ਜਾਣਾ ਸੀ, ਉਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ। ਕਹਿੰਦੇ ਕਿਉਂ? ਕਹਿੰਦੇ ਜੇ ਅੰਦਰ ਆਉਣਾ ਸੀ ਫਿਰ ਹਿੰਦੂ ਨਾਲ ਵਿਆਹ ਕਰਾ ਲੈਂਦੀ, ਪਾਰਸੀ ਨਾਲ ਕਿਉਂ ਵਿਆਹ ਕਰਾਇਆ? ਅੱਜ ਤੁਸੀਂ ਇੱਕ ਸ਼ੰਕਰਾਚਾਰੀਆ ਦਾ ਬਿਆਨ ਸੁਣੋ, ਜਿਹਨੇ ਕਿਹਾ ਆਹ ਬੰਦੇ ਉੱਥੇ ਦਾਖਲ ਹੋ ਸਕਦੇ ਨੇ, ਨਹੀਂ ਹੋ ਸਕਦੇ। ਤੁਹਾਡਾ ਉਹਦੇ ਨਾਲ ਮਤਭੇਦ ਹੋ ਸਕਦਾ, ਪਰ ਜਿਹਨੇ ਮਰਿਆਦਾ ਕੀਤੀ ਆ, ਤੈਅ ਕੀਤੀ ਆ, ਉਹਨੂੰ ਉਹ ਬਦਲਾਉਣ ਲਈ ਤੁਸੀਂ ਯਤਨ ਕਰ ਸਕਦੇ ਹੋ ਵੀ ਆਹ ਚੀਜ਼ਾਂ ਨੂੰ ਬਦਲਾ ਕਰੋ, ਪਰ ਉਹ ਮੰਨਣੀ ਤਾਂ ਜ਼ਰੂਰੀ ਹੈ ਨਾ। ਮੇਰਾ ਸਵਾਲ ਹੋ ਰਿਹਾ ਮਾਲੀ ਸਾਹਿਬ ਇਹਨੂੰ ਹਿੰਦੂ ਸਿੱਖ ਦਾ ਮਸਲਾ ਕਿਉਂ ਬਣਾਇਆ ਜਾ ਰਿਹਾ? ਹੈ ਹੀ ਨਹੀਂ। ਇਹ ਮਸਲਾ ਇਹ ਬਣਾਇਆ ਜਾ ਰਿਹਾ ਕਿ ਪੰਜਾਬ ਵਾਲੇ ਆਪਦੇ ਆਪ ਨੂੰ ਮੁਲਕ ਤੋਂ ਵੱਖਰਾ ਸਮਝਦੇ ਆ। ਸਾਰਾ ਮੁਲਕ ਹੀ ਵਖਰੇਵਿਆਂ ਦਾ ਗੁਲਦਸਤਾ ਕੀ ਹੁੰਦਾ ਜੀ? ਤੁਸੀਂ ਇੱਕ ਫੁੱਲ ਨੂੰ ਦੂਜੇ ਨਾਲ ਕਿਵੇਂ ਮੇਲ ਦੋਗੇ? ਅਸੀਂ ਹੁਣ ਤੱਕ ਕਹਿੰਦੇ ਰਹੇ ਹਾਂ ਅਨੇਕਤਾ 'ਚ ਏਕਤਾ, ਇਹਨਾਂ ਨੇ ਉਲਟਾਤੀ ਹੁਣ ਵੀ ਏਕਤਾ 'ਚ ਅਨੇਕਤਾ। ਫੁੱਲਾਂ ਦਾ ਗੁਲਦਸਤਾ, ਉਹਨੂੰ ਫੁੱਲਾਂ ਦਾ ਗੁਲਦਸਤਾ ਹੀ ਕਹਾਂਗੇ ਨਾ ਜੀ ਅਸੀਂ। ਇਹ 'ਚ ਗਲਤ ਕੀ ਕਹਿਤਾ? ਚਲੋ ਠੀਕ ਹੈ। ਮੈਂ ਮਾਨ ਸਾਹਿਬ, ਮੈਨੂੰ ਇਹ ਲੱਗਦਾ ਕਿ ਮੈਂ ਸਾਰੇ ਇਸ਼ੂਜ਼ ਛੱਡ ਦੇਵਾਂ, ਰੋਜ਼ ਡਿਬੇਟ ਨੈਸ਼ਨਲਿਜ਼ਮ ਤੇ ਕਰਿਆ ਕਰਾਂ ਸਰ। ਹਰ ਇੱਕ ਬੰਦਾ ਆਪਦੇ ਆਪ ਨੂੰ ਸਰਟੀਫਿਕੇਟ ਦੇਣ ਦੀ ਕੋਸ਼ਿਸ਼ ਵਿੱਚ ਲੱਗਿਆ ਹੋਇਆ, ਮੈਂ ਨੈਸ਼ਨਲਿਸਟ ਹਾਂ, ਮੈਂ ਤੁਹਾਡੇ ਤੋਂ ਵੱਡਾ ਹਾਂ, ਤੁਸੀਂ ਮੇਰੇ ਤੋਂ ਛੋਟੇ ਹੋ। ਸਰ ਕਿਹੋ ਜਿਹੀ ਡਿਬੇਟ ਸ਼ੁਰੂ ਹੋ ਗਈ ਹੈ ਸਰ ਦੇਸ਼ ਵਿੱਚ ਮਾਨ ਸਾਹਿਬ? ਇਹ ਸਰ ਸੂਡੋ ਨੈਸ਼ਨਲਿਜ਼ਮ ਜਦੋਂ ਦੇ ਬੀਜੇਪੀ ਆਰਐਸਐਸ ਪਾਵਰ ਚ ਆਏ ਨੇ, ਇਹਦੇ ਚ ਪਏ ਨੇ। ਮੈਂ ਨਾ ਦੋ ਤਿੰਨ ਗੱਲਾਂ ਕਹਿਣੀਆਂ ਚਾਹੁੰਦਾ ਅੱਜ। ਸਾਹਿਬ ਮਨਜੀਤ ਸਿੰਘ ਬਹੁਤ ਸਤਿਕਾਰਯੋਗ ਨੇ, ਬਹੁਤ ਸੀਨੀਅਰ ਨੇ, ਮੈਂ ਬਹੁਤ ਤੁੱਛ ਹਾਂ ਇਹਨਾਂ ਦੇ ਸਾਹਮਣੇ। ਬਟ ਇਹ ਹੁਣ ਐਸਜੀਪੀਸੀ ਸਾਡੀ ਕਿੱਥੇ ਚੁਣੀ ਹੋਈ ਸੰਸਥਾ ਹੈ? 12 ਸਾਲ ਹੋ ਗਏ ਸਾਡੀਆਂ ਇਲੈਕਸ਼ਨਸ ਨਹੀਂ ਹੋਈਆਂ, ਤਾਂ ਹੀ ਤਾਂ ਸਟਰੈਂਥ ਹੈ ਨਹੀਂ, ਕਿਉਂਕਿ ਇਹਨਾਂ ਨੂੰ ਲੱਗਦਾ ਵਿਲ ਆਫ ਦ ਪੀਪਲ ਇਹਨਾਂ ਦੇ ਨਾਲ ਨਹੀਂ ਹੈਗੀ। ਬਾਕੀ ਤੁਸੀਂ ਕੋਵਿਡ ਦੇ ਵਿੱਚ ਕਰੀ ਜਾਓ, ਤੁਸੀਂ ਲੰਗਰ ਲਾਈ ਜਾਓ, ਤੁਸੀਂ ਕੱਲਾ ਧਰਮ ਦੀ ਗੱਲ ਕਰੀ ਜਾਓ, ਇਹ ਯੂਨੀਅਨ ਆਫ ਇੰਡੀਆ ਤੁਹਾਨੂੰ ਕਿਸੇ ਨੇ ਨਹੀਂ ਕੁਝ ਕਹਿਣਾ। ਜਦੋਂ ਤੁਸੀਂ ਮੀਰੀ ਦੀ ਪੀਰੀ ਦੇ ਨਾਲ ਮੀਰੀ ਦੀ ਗੱਲ ਕਰੋਗੇ, ਉਧਰ ਤੁਹਾਨੂੰ ਇਹ ਸਾਰਾ ਤੁਹਾਨੂੰ ਕੁੱਟਣਗੇ। ਹੁਣ ਪ੍ਰੋਬਲਮ ਇਹ ਹੈ ਵੀ ਪਿਛਲੀ ਦੇ ਦਾ ਜੇ ਐਸਜੀਪੀਸੀ ਦਾ ਵਰਤਾਂਤ ਵੇਖ ਲਈਏ ਪਿਛਲੇ ਮਹੀਨੇ ਡੇਢ ਦਾ, ਜਥੇਦਾਰ ਅਕਾਲ ਤਖਤ ਵੀ ਆਪਣੇ ਆਪ ਨੂੰ ਪੋਲੀਟੀਕਲ ਮਸਲਿਆਂ ਤੋਂ ਪਾਸੇ, ਪੋਲੀਟੀਕਲ ਕਿਸੇ ਵੀ ਰੰਗਤ ਤੋਂ ਪਾਸੇ ਕਰਨਾ ਚਾਹ ਰਹੇ। ਸੋ ਇਹ ਤਾਂ ਬਿਲਕੁਲ ਹੀ ਜੇ ਤੁਸੀਂ ਕੁਰਬਾਨੀਆਂ ਦਿੱਤੀਆਂ, ਤੁਸੀਂ ਇੱਥੋਂ ਅੰਗਰੇਜ਼ਾਂ ਨੂੰ ਭੇਜਣ 'ਚ ਕਾਮਯਾਬ ਹੋਏ, ਕੀ ਸਿੱਖਾਂ ਨੂੰ ਔਰ ਪੰਜਾਬ ਨੂੰ ਜੋ ਉਹਦਾ ਡਿਊ ਸੀ ਮਿਲਿਆ? ਨਹੀਂ, ਮੈਨੂੰ ਮਾਨ ਸਾਹਿਬ ਇੱਕ ਚੀਜ਼ ਦੱਸੋ, ਤੁਸੀਂ 1 ਮਿੰਟ 'ਚ ਕਹਿਤਾ ਆਰਐਸਐਸ ਬੀਜੇਪੀ ਦੇ ਪਿੱਛੇ। ਸਰ ਤੁਸੀਂ ਤਾਂ ਇਕੱਠੇ ਹੋ ਲਓ ਨਾ, ਤੁਸੀਂ ਤਾਂ ਇਕੱਠੇ ਨਹੀਂ ਹੁੰਦੇ ਸਰ। ਆਪਣੀ ਇਸ ਤੁਹਾਡੇ ਪਲੇਟਫਾਰਮ ਤੇ ਮੈਂ ਕਿੰਨੀ ਵਾਰ ਕਹਿ ਚੁੱਕਿਆ ਬਈ ਅਸੀਂ ਤਿਆਰ ਹਾਂ। ਇਹਨਾਂ ਨੂੰ ਡਰ ਲੱਗਦਾ ਬਿਕੋਜ਼ ਅਸੀਂ ਤਾਂ ਬਲੇਟੈਂਟਲੀ ਜੋ ਹੈ ਕਹਿ ਦਿੰਦੇ ਆ। ਸਰ ਮੈਨੂੰ ਇੱਕ ਚੀਜ਼ ਸਮਝ ਨਹੀਂ ਆ ਰਹੀ ਸਰ। ਇੱਕ ਮਿੰਟ ਸੁਣ ਤਾਂ ਲਓ ਨਾ ਸਰ। ਐਸਜੀਪੀਸੀ ਦਾ ਇੰਨਾ ਇਤਿਹਾਸ ਹੈ ਸਰ, 100 ਸਾਲ ਪੁਰਾਣੀ ਧਿਰ ਹੈ ਇਹ, ਕੁਰਬਾਨੀਆਂ ਦੇ ਕੇ ਧਿਰ ਬਣੀ ਹੈ। ਤੁਸੀਂ ਕਹਿ ਰਹੇ ਹੋ ਨਾ ਲੱਤਾਂ ਭਾਰ ਨਹੀਂ ਚੱਲਦੀਆਂ, ਘਬਰਾਈ ਹੋਈ ਹੈ, ਇਹ ਡਰਦੇ ਆ, ਮੈਨੂੰ ਸਮਝ ਨਹੀਂ ਆ ਰਹੀ ਸਰ। ਪ੍ਰਬੰਧਕ ਨੇ ਦੇਖੋ, ਐਸਜੀਪੀਸੀ ਸਾਡੀ ਸਰਮੌਰ ਸੰਸਥਾ, ਅਸੀਂ ਸੰਸਥਾ ਦੇ ਕੁਐਸਚਨ ਨਹੀਂ ਕਰ ਰਹੇ। ਅੱਜ ਜਿਨ੍ਹਾਂ ਕੋਲੇ ਪ੍ਰਬੰਧ ਹੈ ਉਹਨਾਂ ਤੇ ਕੁਐਸਚਨ ਕਰ ਰਹੇ ਆ। ਇਹਨਾਂ ਨੇ ਤਾਂ ਮਹਾਰਾਜ ਜਿਹੜਾ ਡੀਬੀ ਦਾ ਫੈਸਲਾ ਹੈ ਹਰਿਆਣਾ ਕਮੇਟੀ ਤੋੜਨ ਵਾਲਾ, ਉਹਦੀ ਰਿਵਿਊ ਨਹੀਂ ਸੁਪਰੀਮ ਕੋਰਟ ਚ ਪਾਈ। ਕੀ ਇਹਨਾਂ ਨੂੰ ਕਹੀਏ ਅਸੀਂ? ਨਹੀਂ ਜੀ, ਜੇ ਪ੍ਰਬੰਧ ਧਾਮੀ ਸਾਹਿਬ ਕੋਲੇ ਨਾ ਹੁੰਦਾ ਫਿਰ ਇਹ ਮਸਲਾ ਨਹੀਂ ਹੋਣਾ ਸੀਗਾ। ਜੇ ਤੁਹਾਡੇ ਕੋਲ ਹੁੰਦਾ ਫਿਰ ਤੁਸੀਂ ਮੈਂ ਕਹਿੰਦਾ ਕਿਸੇ ਕੋਲ ਹੋਵੇ 5 ਸਾਲ ਬਾਅਦ ਇਲੈਕਸ਼ਨ ਕਰਾਓ, ਜੇ ਨਹੀਂ ਪਸੰਦ ਸਰਕਾਰ ਤੇ ਆਪਾਂ ਬਦਲ ਦਿੰਨੇ ਆ ਨਾ। ਸਰ ਇਲੈਕਸ਼ਨ ਵਿੱਚ ਕਿੱਥੋਂ ਆ ਗਏ ਕੋਈ ਮਾਨ ਸਾਹਿਬ? ਰੱਖੋ ਤੁਸੀਂ ਏਜੰਡਾ ਸਰ, ਮੈਂ ਇਸ ਏਜੰਡੇ ਦੇ ਖਿਲਾਫ ਨਹੀਂ ਸਰ, ਰੱਖੋ ਸਰ ਜਿੰਨਾ ਮਰਜ਼ੀ, ਪੁੱਛੋ ਸਵਾਲ ਇਹਨਾਂ ਨੂੰ। ਮੈਂ ਨਹੀਂ ਕਹਿ ਰਿਹਾ
ਮੈਂ ਕਹਿ ਰਿਹਾ ਜਦੋਂ ਇੱਕ ਡੈਮੋਕ੍ਰੈਟਿਕ ਇੰਸਟੀਟਿਊਸ਼ਨ ਹੈ ਉਹਦੇ ਕੋਈ ਪ੍ਰਬੰਧ ਦੇ ਤਰੀਕੇ ਨੇ, ਇਹ ਕਿਉਂ ਨਹੀਂ ਭਾਰਤ ਗੋਡੇ ਚੱਲਦੇ, ਇਹ ਕਿਉਂ ਜਿਹੜੀ ਡੈਡ ਹਾਊਸ ਹੈ ਉਹਨੂੰ ਕੰਟੀਨਿਊ ਕਰਨਾ ਚਾਹੁੰਦੇ ਆ ਵੀ ਸਰਕਾਰ ਸਾਡੇ ਤੋਂ ਨਾਰਾਜ਼ਗੀ ਨਾ ਹੋਵੇ। ਮੈਂ ਗੱਲ ਨੂੰ ਇਸ ਪਾਸੇ ਲਿਆ, ਚਲੋ ਠੀਕ ਹਾਂ ਮੈਂ ਕਹਿ ਰਿਹਾ ਬਿਕੋਜ਼ ਇਹ ਲੀਗਲੀ ਇਸ ਵੇਲੇ ਵੈਲਿਡ ਹਾਊਸ ਨਹੀਂ ਹੈਗਾ। ਚਲੋ ਠੀਕ ਹੈ, ਠੀਕ ਹੈ ਸਰ, ਠੀਕ ਹੈ। ਮੈਂ ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਊਂਗਾ। ਇਸ ਮੁੱਦੇ ਦੇ ਉੱਤੇ ਖੁੱਲ੍ਹ ਕੇ ਬੋਲਣਾ ਬੜਾ ਔਖਾ ਲੱਗਦਾ ਮੈਨੂੰ, ਤੇ ਇਸ ਕਰਕੇ ਔਖਾ ਲੱਗਦਾ ਪਿਆ ਇਹਨਾਂ ਸਾਰਿਆਂ ਨੂੰ, ਕਿਉਂਕਿ ਇਸ ਮੁੱਦੇ ਦੇ ਵਿਚਾਲੇ ਇਹੋ ਜਿਹਾ ਏਜੰਡਾ ਸਿਰਜਿਆ ਜਾ ਰਿਹਾ ਜਿਹੜਾ ਇਹਨਾਂ ਨੂੰ ਸਮਝ ਨਹੀਂ ਆ ਰਿਹਾ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸ਼੍ਰੀ ਹਰਿਮੰਦਰ ਸਾਹਿਬ ਵਿੱਚ ਐਂਟਰੀ ਵਿਵਾਦ ਤੇ ਦੇਸ਼ ਵਿਦੇਸ਼ ਵਿੱਚ ਵੱਡੀ ਬਹਿਸ ਕਿਉਂ ਛਿੜੀ? ਖੁਸ਼ਪਾਲ ਸਿੰਘ ਮਾਨ ਹਰਾਂ ਨੇ ਭਾਰਦਵਾਜ ਸਾਹਿਬ ਆਰਐਸਐਸ ਬੀਜੇਪੀ ਦਾ ਜ਼ਿਕਰ ਕੀਤਾ, ਕਮੈਂਟ ਕਰਨਾ ਚਾਹੁੰਦੇ ਹੋ ਸਰ? ਫਟਾਫਟ ਬੋਲਿਓ ਪਲੀਜ਼ ਭਾਰਦਵਾਜ ਸਾਹਿਬ। ਬਿਲਕੁਲ ਅੱਛਾ ਹੈ। ਮੈਂ ਹੁਣ ਦੇਖੋ ਤੁਸੀਂ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ, ਤੁਸੀਂ ਇਹ ਡਿਬੇਟ ਦੇ ਵਿੱਚ ਦੇਖ ਲਓ, ਡਿਸਕਸ਼ਨ ਦੇ ਵਿੱਚ ਦੇਖ ਲਓ, ਇੱਕ ਪਾਸੇ 3 ਜਣੇ, ਇੱਕ ਪਾਸੇ ਇਕੱਲਾ ਮੈਂ ਆ, ਬਲਕਿ ਇਹ ਟਾਰਗੇਟ ਹਿੰਦੂ ਨੂੰ ਟਾਰਗੇਟ ਕਰਦੇ ਆ। ਮੈਂ ਥੋੜੀ ਜੀ ਗੱਲ ਇਹ ਦੱਸਣਾ ਚਾਹੁੰਦਾ ਸੀਗਾ। ਭਾਰਦਵਾਜ ਸਾਹਿਬ ਮਾਫ ਕਰਨਾ, ਭਾਰਦਵਾਜ ਸਾਹਿਬ ਇੱਕ ਮਿੰਟ ਰੁਕ ਜਾਓ। ਭਾਰਦਵਾਜ ਸਾਹਿਬ ਇੱਕ ਮਿੰਟ ਮਾਫ, ਭਾਰਦਵਾਜ ਸਾਹਿਬ ਇੱਕ ਮਿੰਟ ਸਰ ਸੁਣ ਲਓ ਭਾਰਦਵਾਜ ਸਾਹਿਬ ਇਹ ਮੰਚ ਦੇ ਉੱਤੇ ਕੋਈ ਹਿੰਦੂ ਸਿੱਖ ਦਾ ਮਸਲਾ ਨਹੀਂ ਸਰ। ਮੈਂ ਬਹੁਤ ਸਾਫ਼ ਗੋਈ ਨਾਲ ਇਹ ਗੱਲ ਕਹਿਣਾ ਚਾਹੁੰਦਾ, ਇਹ ਮੰਚ ਕਿਸੇ ਵੀ ਧਰਮ ਦੇ ਵਿੱਚ ਧਾਰਮਿਕ ਪਾੜਾ ਪਾਉਣ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ। ਭਾਰਦਵਾਜ ਸਾਹਿਬ ਜੇ ਤਿੰਨਾਂ ਵਿੱਚੋਂ, ਇੱਕ ਮਿੰਟ ਸਰ ਸੁਣ ਲਓ ਭਾਰਦਵਾਜ ਸਾਹਿਬ, ਜੇ ਇਹਨਾਂ ਤਿੰਨਾਂ ਵਿੱਚੋਂ ਕੋਈ ਹਿੰਦੂ ਸਿੱਖ ਵਾਲੇ ਮਸਲਾ ਬਣਾ ਕੇ ਗੱਲ ਕਰੂਗਾ ਸਰ, ਉਹ ਇਸ ਡਿਬੇਟ ਵਿੱਚੋਂ ਆਊਟ ਕਰ ਦੂੰਗਾ ਸਰ, ਮੈਂ ਜਿਹੜਾ ਮਰਜ਼ੀ ਹੋਵੇ ਉਹ। ਬੋਲੋ ਭਾਰਦਵਾਜ ਸਾਹਿਬ। ਹੁਣੀ ਮਾਲੀ ਸਾਹਿਬ ਵੀ ਪੂਰੇ ਦਿਖਾ ਰਹੇ ਸੀਗੇ ਮੰਦਰਾਂ ਦੇ ਵਿੱਚ ਕੀ ਹੁੰਦਾ, ਮੰਦਰਾਂ 'ਚ ਇਹ ਹੋ ਰਿਹਾ, ਮੰਦਰਾਂ 'ਚ ਵੜਨ ਨਹੀਂ ਦਿੰਦੇ, ਫਲਾਣੇ ਕਿਤੇ। ਇਹਨਾਂ ਨੂੰ ਕੀ ਲੋੜ ਹੈ ਇਹੋ ਜਿਹੀ ਗੱਲਾਂ ਕਰਨ ਦੀ? ਤੁਸੀਂ ਆਪਣੀ ਡਿਸਕਸ਼ਨ ਦੀ ਗੱਲ ਕਰੋ। ਮੈਂ ਜਿਹੜੀ ਹੁਣੀ ਮਨਜੀਤ ਸਿੰਘ ਦੀ ਗੱਲ ਕਰਦੇ ਪਏ ਸੀਗੇ, ਇਹ ਜਿਹੜਾ ਅਹੰਕਾਰ ਹੈ ਵੀ ਹਾਂ ਵੀ ਆ ਜਿਹੜਾ ਭਾਰਤ ਦਾ ਝੰਡਾ ਹੈ ਇਹ ਅਸੀਂ ਲੈ ਕੇ ਦਿੱਤਾ, ਇਹਦਾ ਮਤਲਬ ਇਹ ਹੋ ਗਿਆ ਜੇ ਤੁਸੀਂ ਭਾਰਤ ਦਾ ਝੰਡਾ ਤੁਸੀਂ ਲੈ ਕੇ ਦੇਤਾ, ਇਹਦਾ ਮਤਲਬ ਤੁਸੀਂ ਇਹਦੀ ਬੇਅਦਬੀ ਵੀ ਕਰਦੇ ਤਾਂ ਤੁਹਾਨੂੰ ਅਧਿਕਾਰ ਮਿਲ ਗਿਆ। ਤੁਸੀਂ ਜਾ ਕੇ ਇੰਗਲੈਂਡ ਦੀ ਐਮਬੈਸੀ ਦੇ ਵਿੱਚ ਭਾਰਦਵਾਜ ਸਾਹਿਬ ਇੱਕ ਮਿੰਟ ਭਾਰਦਵਾਜ ਸਾਹਿਬ ਇੱਕ ਮਿੰਟ ਸੁਣ ਲਓ ਸਰ, ਇੱਕ ਮਿੰਟ ਸਰ ਸੁਣ ਲਓ ਭਾਰਦਵਾਜ ਸਾਹਿਬ ਸੁਣ ਲਓ, ਭਾਰਦਵਾਜ ਸਾਹਿਬ ਸਰ ਸੁਣ ਲਓ ਸਰ, ਭਾਰਦਵਾਜ ਸਾਹਿਬ ਸਰ ਸੁਣ ਲਓ ਸਰ। ਭਾਰਦਵਾਜ ਸਾਹਿਬ ਇਹ ਹੰਕਾਰ ਨਹੀਂ, ਤੁਹਾਨੂੰ ਵੀ ਪ੍ਰਾਊਡ ਹੋਣਾ ਚਾਹੀਦਾ ਸਰ, ਤੁਸੀਂ ਪੰਜਾਬੀ ਹੋ ਤੁਸੀਂ। ਪ੍ਰਾਊਡ ਤਰੀਕੇ ਨਾਲ ਜਲੀਲ ਕਰਦੇ ਆ, ਸਾਡਾ ਹੀ ਆ, ਅਸੀਂ ਕੀਤਾ, ਤੁਹਾਡੇ ਤੁਸੀਂ ਸਾਡੇ ਕਰਕੇ ਜੀਂਦੇ ਹੋ, ਇਸ ਕਰਕੇ ਸਾਨੂੰ ਦੁੱਖ ਹੁੰਦਾ। ਹੁਣ ਇਹਨਾਂ ਦੇ ਕਿਸੇ ਐਸਜੀਪੀਸੀ ਨੇ ਨਹੀਂ, ਕਿਸੇ ਵੀ ਸਿੱਖ ਸੰਸਥਾ ਨੇ ਨਹੀਂ, ਇੱਕ ਵੀ ਸੰਸਥਾ ਨੇ ਜਿਹੜਾ ਇੰਗਲੈਂਡ ਦੇ ਵਿੱਚ ਐਮਬੈਸੀ ਚੋਂ ਝੰਡਾ ਉਤਾਰਿਆ, ਜਿਹੜੇ ਕਿਹਦਾ ਨਾਮ ਕੈਨੇਡਾ ਦੇ ਵਿੱਚ ਝੰਡਿਆਂ ਨੂੰ ਪੈਰਾਂ 'ਚ ਰੋਲਦੇ ਆ, ਜਿਹੜੇ ਭਾਰਦਵਾਜ ਸਾਹਿਬ ਇਹੀ ਤਾਂ ਮੈਂ ਕਹਿ ਰਿਹਾ, ਇਹੀ ਤਾਂ ਮੈਂ ਸਰ ਕਹਿ ਰਿਹਾ, ਇਸ ਇਸ਼ੂ ਨੂੰ ਖਾਲਿਸਤਾਨ ਦੇ ਝੰਡਿਆਂ ਨਾਲ ਮੈਚ ਕਰਤਾ ਸਰ, ਅੰਬੈਸੀ ਦੇ ਝੰਡਿਆਂ ਨਾਲ ਮਿਲਾਤਾ ਸਰ। ਉਦੋਂ ਬਾਅਦ ਸਰ ਇੱਕ ਭਾਰਦਵਾਜ ਸਾਹਿਬ ਆਪਾਂ ਇਸ ਇਸ਼ੂ ਨੂੰ ਕਿੱਧਰ ਲੈ ਜਾ ਰਹੇ ਹਾਂ ਸਰ? ਕੀ ਹੋਇਆ ਉਧਰ ਹੋਰ ਕਿਸੇ ਆਪਣਾ ਖਾਲਸਾ ਪੰਥ ਦਾ ਨਹੀਂ ਉੱਥੇ ਲਿਖਿਆ ਹੋਇਆ। ਠੀਕ ਹੈ। ਮਨਜੀਤ ਸਿੰਘ ਜੀ ਕੁਝ ਕਹਿਣਾ ਚਾਹ ਰਹੇ? ਹਾਂ ਮਨਜੀਤ ਸਿੰਘ ਜੀ ਬੋਲੋ ਫਟਾਫਟ, ਲਾਸਟ ਕਮੈਂਟ ਪਲੀਜ਼ ਮਨਜੀਤ ਸਿੰਘ ਜੀ। ਠੀਕ ਹੈ ਭਾਰਦਵਾਜ ਸਾਹਿਬ ਆ ਰਿਹਾ। ਭਾਰਦਵਾਜ ਜੀ ਤੁਸੀਂ ਇਸ ਗੱਲ ਨੂੰ ਕਮਿਊਨਲ ਨਾ ਬਣਾਓ। ਹਿੰਦੂ ਵੀ ਸਾਡੇ ਭਰਾ ਨੇ, ਮੁਸਲਮਾਨ ਵੀ ਸਾਡੇ ਭਰਾ ਨੇ। ਅਸੀਂ ਤਾਂ ਸਾਰੀ ਦੁਨੀਆ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੱਲੇ ਸਿੱਖਾਂ ਦੇ ਗੁਰੂਆਂ ਦੀ ਬਾਣੀ ਆ ਜਾਂ ਸਿੱਖ ਭਗਤਾਂ ਦੀ ਬਾਣੀ, ਉਹ 'ਚ ਹਿੰਦੂ ਭਗਤਾਂ ਦੀ ਬਾਣੀ ਵੀ ਹੈਗੀ ਆ, ਮੁਸਲਮਾਨਾਂ ਦੀ ਵੀ ਹੈਗੀ ਆ, ਔਰ ਦੂਸਰੇ ਭਗਤਾਂ ਦੀ ਵੀ ਹੈਗੀ ਆ। ਆਪਾਂ ਕਿਉਂ ਇਸ ਗੱਲ ਨੂੰ ਦੂਜੇ ਦਾ ਨੂੰ ਲਈ ਜਾਂਦੇ ਆ? ਅਸੀਂ ਤਾਂ ਪੰਜਾਬ ਵਿੱਚ ਬਿਲਕੁਲ ਇੱਕ ਦੂਜੇ ਨਾਲ ਭਾਈ ਬਣ ਕੇ ਰਹਿਣਾ ਚਾਹੁੰਦੇ ਆ ਔਰ ਰਹਿੰਦੇ ਆ। ਪਰ ਅਫਸੋਸ ਆ ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਜੇ ਵੀ ਉੱਥੇ ਜੇ ਕੋਈ ਬਾਹਰ ਕਿਸੇ ਨੇ ਇੰਡੀਆ ਦਾ ਝੰਡਾ ਜਿਹੜਾ ਹੈ ਉਹਦੀ ਬੇਅਦਬੀ ਕੀਤੀ, ਅਸੀਂ ਉਹਦੀ ਨਿਖੇਧੀ ਕਰਦੇ, ਨਹੀਂ ਹੋਣੀ ਚਾਹੀਦੀ। ਲੇਕਿਨ ਸੱਚਖੰਡ ਹਰਿਮੰਦਰ ਸਾਹਿਬ ਕੱਲਾ ਭਾਈ ਮਨਜੀਤ ਸਿੰਘ ਦਾ ਨਹੀਂਗਾ ਜਾਂ ਸਿੱਖਾਂ ਦਾ ਨਹੀਂਗਾ, ਉਹ ਸਭੇ ਸਾਂਝੀ ਵਾਰਸ ਦਾ। ਤੂੰ ਕਿਸੇ ਨਾਲ ਦੱਸੇ ਬਾਹਰ ਆ ਜਿਓ। ਅਵਰ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਵਰਨਾ ਕੋ ਸਾਂਝਾ। ਸਾਰੇ ਧਰਮਾਂ ਦੇ ਲੋਕਾਂ ਨੂੰ ਸਾਂਝਾ ਉਪਦੇਸ਼ ਉੱਥੋਂ ਮਿਲਦਾ। ਤੇ ਫਿਰ ਆਪਾਂ ਕਿਹੜੀ ਗੱਲਾਂ ਜਿਹੜੀ ਇੱਥੇ ਬਹਿ ਕੇ ਡਿਬੇਟ 'ਚ ਕਰਦੇ? ਠੀਕ ਮੈਂ ਲਾਸਟ ਕਮੈਂਟ ਤੁਹਾਡਾ ਲਊਂਗਾ ਮਨਜੀਤ ਸਿੰਘ ਜੀ। ਮੈਂ ਲਾਸਟ ਕਮੈਂਟ ਦੀਆਂ ਗੱਲਾਂ ਕਰੀਏ ਆਪਾਂ, ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੀਏ। ਮਨਜੀਤ ਸਿੰਘ ਜੀ ਮੈਂ ਲਾਸਟ ਕਮੈਂਟ ਲਊਂਗਾ। ਮਨਜੀਤ ਦੇ ਟਾਈਮ ਤੇ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਨੇ, ਤੇ ਹੁਣ ਅਸੀਂ ਕਹਿ ਨਹੀਂ ਸਕਦੇ ਵੀ ਅਸੀਂ ਕੁਰਬਾਨੀਆਂ ਕੀਤੀਆਂ ਨੇ। ਮਨਜੀਤ ਸਿੰਘ ਜੀ ਮੈਂ ਲਾਸਟ ਕਮੈਂਟ ਲਊਂਗਾ ਸਰ ਤੁਹਾਡਾ। ਮੈਂ ਇੱਕ ਮਿੰਟ ਭਾਰਦਵਾਜ ਸਾਹਿਬ ਇੱਕ ਮਿੰਟ ਰੁਕ ਜਾਓ। ਭਾਰਦਵਾਜ ਸਾਹਿਬ ਇੱਕ ਮਿੰਟ, ਚਲੋ ਭਾਰਦਵਾਜ ਸਾਹਿਬ ਇੱਕ ਮਿੰਟ ਰੁਕ ਜਾਓ। ਖੁਸ਼ਪਾਲ ਸਿੰਘ ਮਾਨ, ਇਹਦੇ ਲਈ ਕੀ ਤਹਈਆ ਕਰਨਾ ਚਾਹੀਦਾ ਕਿ ਹਿੰਦੂ ਸਿੱਖ ਮਸਲਾ ਨਾ ਬਣੇ ਸਰ? ਇਹ ਜੋ ਇਸ਼ੂ ਹੈਗਾ ਉਸ ਨੂੰ ਉਸ ਤਰੀਕੇ ਨਾਲ ਨਜਿੱਠਿਆ ਜਾਣਾ ਚਾਹੀਦਾ। ਇਹ ਝੰਡੇ ਵਾਲਾ ਇਸ਼ੂ ਬਣਾਤਾ ਸਰ, ਖਾਲਿਸਤਾਨ ਦਾ ਇਸ਼ੂ ਬਣਾਤਾ।
ਪ੍ਰੋਬਲਮ ਇੱਥੇ ਹੈ ਕਿ ਜਿਹੜੀ ਸਾਡੀਆਂ ਇਹ ਇਸ਼ੂਜ਼ ਨੇ, ਹਰ ਗੱਲ ਨੂੰ, ਜਿਹੜੀ ਮੈਂ ਗੱਲ ਪਹਿਲਾਂ ਕੀਤੀ ਸੀ, ਉਹਦੀ ਭਾਰਦਵਾਜ ਸਾਹਿਬ ਨੇ ਆਪਣੇ ਤਰੀਕੇ ਨਾਲ ਇੱਕ ਤਾਇਦ ਕਰਤੀ ਵੀ ਅਸੀਂ ਹਰ ਚੀਜ਼ ਨੂੰ ਕਮਿਊਨਲ ਐਂਗਲ ਨਾਲ ਦੇਖਦੇ ਹਾਂ। ਅਸੀਂ ਹਰ ਚੀਜ਼ ਨੂੰ ਅੱਜ ਹਿੰਦੂ ਮੁਸਲਮਾਨ, ਹਿੰਦੂ ਸਿੱਖ ਦੇ ਇਸ਼ੂ ਨਾਲ ਦੇਖਦੇ ਹਾਂ। ਹੁਣ ਮੈਨੂੰ ਨਹੀਂ ਲੱਗਦਾ ਵੀ ਮੈਂ ਜਾਂ ਮਾਲੀ ਸਾਹਿਬ ਨੇ ਜਾਂ ਭਾਈ ਮਨਜੀਤ ਸਿੰਘ ਹੋਰਾਂ ਨੇ ਹਿੰਦੂ ਅੱਖਰ ਵੀ ਵਰਤਿਆ ਹੋਵੇ। ਅਸੀਂ ਤਾਂ ਇੱਕ ਸੁਸਾਇਟੀ ਦੀ ਗੱਲ ਕਰ ਰਹੇ ਸੀ, ਅਸੀਂ ਜੇ ਸਿੱਖ ਕੌਮ ਦੀ ਗੱਲ ਕਰ ਰਹੇ ਸੀ। ਇਹ ਇੱਕ ਜਿਹੜੀ ਸਾਈਕੀ ਬਣ ਗਈ ਹੈ ਨਾ ਜੀ, ਇਹਦੇ 'ਚ ਇਹਨਾਂ ਨੂੰ ਕੱਢਣਾ ਪਊਗਾ। ਔਰ ਜੇ ਕੋਈ ਵੀ, ਚਾਹੇ ਅਕਾਲੀ ਦਲ ਹੈ, ਚਾਹੇ ਸ਼੍ਰੋਮਣੀ ਕਮੇਟੀ ਹੈ, ਜਦੋਂ ਗੱਲ ਕਰਦੀ ਹੈ, ਜੇ ਕੋਈ ਸਾਡੇ ਹੱਕਾਂ ਦੀ ਗੱਲ ਕਰਦੀ ਹੈ, ਉਹ ਪੰਜਾਬ ਦੇ ਕਰਦੇ ਹਾਂ ਅਸੀਂ। ਉਹਦੇ 'ਚ ਹਿੰਦੂ ਵੀ ਆਉਣੇ ਆ, ਸਿੱਖ ਵੀ ਆਉਣੇ ਆ, ਮੁਸਲਮਾਨ ਵੀ ਆਉਣੇ ਆ। ਇਹ ਆਪਣੇ ਆਪ ਨੂੰ ਵੱਖ ਨਾ ਸਮਝਣ। ਇਹ ਸਾਈਕੀ, ਮੈਂ ਤੇ ਇਹੀ ਗੱਲ ਮੈਂ ਕਹਿ ਰਿਹਾ, ਇਹ ਸਾਨੂੰ ਇਹ ਸਾਈਕੀ ਬਦਲਣ ਦੀ ਲੋੜ ਹੈ, ਸੋਸਾਇਟੀ ਬਦਲਣ ਦੀ ਲੋੜ ਹੈ। ਚਲੋ ਠੀਕ, ਮਾਲੀ ਸਾਹਿਬ, ਹਾਂ ਮਾਲੀ ਸਾਹਿਬ ਠੀਕ ਹੈ। ਮਾਨ ਸਾਹਿਬ, ਮਾਲੀ ਸਾਹਿਬ, ਇੱਕ ਤੁਹਾਡੇ ਟਿੱਪਣੀ ਤੇ ਇਤਰਾਜ਼ ਹੈ ਭਾਰਦਵਾਜ ਸਾਹਿਬ ਨੂੰ, ਤੁਸੀਂ ਉਹਨੂੰ ਜਸਟੀਫਾਈ ਕਰਦੇ ਹੋ ਹੁਣ ਵੀ? ਨਹੀਂ, ਮੈਂ ਦੇਖੋ, ਮੈਂ ਸਪਸ਼ਟ ਕੀਤਾ, ਮੰਦਿਰ ਦੀ, ਮਸਜਿਦ ਦੀ, ਗੁਰਦੁਆਰੇ ਦੀ, ਗਿਰਜੇ ਦੀ, ਉਹਨਾਂ ਦੀਆਂ ਆਪਣੀਆਂ ਮਾਨਤਾਵਾਂ ਨੇ, ਰਹਿਤ ਮਰਿਆਦਾ। ਅਸੀਂ ਜਿੱਥੇ ਵੀ ਜਾਂਦੇ ਹਾਂ, ਅਸੀਂ ਮੰਦਿਰ ਦੇ ਵਿੱਚ ਜਾਈਏ ਤਾਂ ਤੁਸੀਂ ਸਹਿਮਤ ਹੋ ਨਾ ਹੋ, ਸਾਰੇ ਮੰਦਿਰਾਂ ਦੇ ਵਿੱਚ ਇਸ ਤਰ੍ਹਾਂ ਤਾਂ ਹੈ ਨਹੀਂ। ਮੰਦਿਰਾਂ ਦੀ ਅੱਡ ਅੱਡ ਪਰਿਭਾਸ਼ਾ, ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ। ਮੇਰਾ ਸਵਾਲ ਇਹ ਹੈ, ਮੈਂ ਕੋਈ ਉਹਦੀ ਕਿਸੇ ਦੀ ਨਿਖੇਧੀ ਨਹੀਂ ਕਰਦਾ। ਮੈਂ ਕਹਿੰਦਾ ਤੁਹਾਡੇ ਸਾਹਮਣੇ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਗੱਲ ਦਾ ਜਵਾਬ ਦੇ ਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਕਿ ਦਰਬਾਰ ਸਾਹਿਬ ਇਸ ਦਾ ਨਾਂ ਗੋਲਡਨ ਟੈਂਪਲ ਤੇ ਹਰਮੰਦਰ ਨਹੀਂ ਹੈ, ਇਹ ਨਾਂ ਲੈਣ ਤੋਂ ਵਰਜਿਆ ਜਾਵੇ। ਦੱਸੋ ਜੀ, ਇਹਨਾਂ ਨੇ ਨਾ ਉਹ ਮੰਨਿਆ, ਨਾ ਉਹ ਸੁਧਾਰ ਕੀਤਾ। ਦੂਜੀ ਗੱਲ, ਇਲੈਕਸ਼ਨ ਵਾਲੇ ਦਾ ਅਸੀਂ ਵੀ ਹਰਮੰਦਰ ਸਾਹਿਬ ਕਹਿ ਰਹੇ ਹਾਂ। ਮੈਂ ਤੁਹਾਨੂੰ ਇਹੀ ਕਹਿਣਾ ਨਾ, ਸ਼੍ਰੋਮਣੀ ਕਮੇਟੀ ਨੇ ਮਤਾ ਪਾਸ ਕੀਤਾ ਹੋਇਆ ਵੀ ਦਰਬਾਰ ਸਾਹਿਬ ਇਹਦਾ ਨਾਂ ਰੱਖਿਆ, ਦਰਬਾਰ ਸਾਹਿਬ ਕਿਹਾ ਜਾਣਾ ਚਾਹੀਦਾ। ਇਤਿਹਾਸ 'ਚ ਤੁਸੀਂ ਮਤਿਆਂ 'ਚੋਂ ਮੈਂ ਤੁਹਾਨੂੰ ਠੋਸ ਹਵਾਲਾ ਵੀ ਦੇ ਦੂੰ। ਦੂਜੀ ਗੱਲ, ਇਲੈਕਸ਼ਨ ਵਾਲੇ ਦਾ ਕੋਈ ਤਲਕ ਨਹੀਂ। ਇਹ ਇੱਕ ਸਥਾਪਿਤ ਰਹਿਤ ਮਰਿਆਦਾ, ਸਭ ਨੂੰ ਪਤਾ ਸੀ, ਉਹਦਾ ਪਾਲਣਾ ਕਰਦੇ ਆ। ਚੋਣ ਨਾਲ ਇਹਦਾ ਕਿਸੇ ਤਰ੍ਹਾਂ ਦਾ ਕੋਈ ਤਲਕ ਹੈ ਨਹੀਂ ਇਸ ਮਸਲੇ ਦਾ। ਮਾਲੀ ਸਾਹਿਬ, ਇੱਕ ਸਵਾਲ ਦਾ ਮੈਂ ਜਵਾਬ ਦਿਓ ਕਿਰਪਾ ਕਰਕੇ। ਮਰਿਆਦਾ ਵਾਲਾ ਸਵਾਲ ਵਾਰ-ਵਾਰ ਕਿਉਂ ਉੱਠ ਰਿਹਾ? ਜੇ ਅੰਮ੍ਰਿਤ ਵਾਲਾ ਮੁੱਦਾ ਆਉਂਦਾ, ਪਾਲਕੀ ਸਾਹਿਬ ਵਾਲਾ ਆਉਂਦਾ, ਵੀ ਮਰਿਆਦਾ ਦਾ ਸਵਾਲ, ਇੱਥੇ ਆਉਂਦਾ ਵੀ ਮਰਿਆਦਾ। ਇਹ ਮਰਿਆਦਾ ਵਾਲਾ ਸਵਾਲ ਵੱਡਾ ਕੀਤਾ ਜਾ ਰਿਹਾ ਮਾਲੀ ਸਾਹਿਬ ਜੀ। ਦੇਖੋ ਜੀ, ਸਥਾਪਿਤ ਮਰਿਆਦਾ ਜੋ ਖਾਲਸਾ ਪੰਥ ਦੀ ਬਣਾਈ ਹੋਈ ਆ, ਅਕਾਲ ਤਖਤ ਵੱਲੋਂ ਲਿਖਤੀ ਰੂਪ ਦੇ ਵਿੱਚ ਜਾਰੀ ਕੀਤੀ ਹੋਈ ਆ। ਤੁਹਾਡਾ ਜੇ ਉਹਦੇ ਨਾਲ ਮਤਭੇਦ ਵੀ ਹੋਵੇ, ਤੁਹਾਨੂੰ ਮੰਨਣਾ ਤਾਂ ਉਹੀ ਪੈਣਾ ਨਾ ਜੀ। ਕਿਸੇ ਗੱਲ ਨੂੰ ਪਰਖਣ ਦਾ ਕੋਈ ਪੈਮਾਨਾ ਤਾਂ ਅਸੀਂ ਲੈ ਕੇ ਚੱਲਾਂਗੇ। ਮੈਂ ਕਹਿੰਦਾ ਦਰਬਾਰ ਸਾਹਿਬ, ਗੁਰਦੁਆਰਾ ਸਾਹਿਬ, ਜਿੰਨੀ ਖੁੱਲਾ, ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ, ਨਸਲ ਦਾ, ਜਾਤ। ਉਹਨਾਂ ਵੇਲਿਆਂ 'ਚ ਕੇਪੀ ਜੀ, ਇੱਕ ਆਪਣਾ ਦਰਬਾਰ ਸਾਹਿਬ ਦੇ ਵਿੱਚ ਮਤਲਬ ਜਿਹੜਾ ਇਸ਼ਨਾਨ, ਆਪਣਾ ਸਰੋਵਰ ਸਾਹਿਬ ਆ, ਉਹਨਾਂ ਵੇਲਿਆਂ 'ਚ ਸਾਰੇ ਉੱਥੇ ਸਾਂਝਾ ਇਸ਼ਨਾਨ ਕਰਦੇ ਸੀ, ਉੱਥੇ ਸਾਂਝਾ ਲੰਗਰ ਚੱਲਦਾ ਸੀ ਉਹਨਾਂ ਵੇਲਿਆਂ 'ਚ। ਜਦੋਂ ਆਹੀ ਜੀ ਹਾਲਤ ਸੀ, ਪਾਣੀ ਅੱਡ ਸੀ, ਰੋਟੀ ਅੱਡ ਸੀ, ਭਿੱਟ ਅੱਡ ਸੀ। ਸੋ ਐਡੀ ਪਵਿੱਤਰ ਉਹ ਜਗ੍ਹਾ, ਉੱਥੇ ਸਰਬ ਸਾਂਝੀ ਵਾਲਤਾ ਦਾ ਸੰਕਲਪ ਆ। ਕਿਸੇ ਇੱਕ ਨੁਕਤੇ ਨੂੰ ਬਹਾਨਾ ਬਣਾ ਕੇ ਇਸ ਤਰ੍ਹਾਂ ਦਾ ਸਿੱਖਾਂ ਦੇ ਖਿਲਾਫ ਵਰਤਾਂਤ ਖੜਾ ਕਰਨਾ ਜਾਂ ਉਹ 'ਚ ਹਿੰਦੂ ਸਿੱਖ ਦਾ ਮਸਲਾ ਖੜਾ ਕਰਨਾ, ਇਹ ਬਿਲਕੁਲ ਦਰੁਸਤ ਨਹੀਂ ਹੈ। ਚਲੋ ਭਾਰਦਵਾਜ ਸਾਹਿਬ, ਲਾਸਟ ਕਮੈਂਟ ਤੁਹਾਡਾ। ਭਾਰਦਵਾਜ ਸਾਹਿਬ, ਤੁਹਾਨੂੰ ਤਾਂ ਇਹ ਖੁਸ਼ੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਇਸ ਡਿਬੇਟ ਦੇ ਵਿੱਚ ਬੁਲਾਇਆ ਗਿਆ, ਮਾਨ ਸਨਮਾਨ ਪੂਰਾ ਦਿੱਤਾ ਜਾ ਰਿਹਾ। ਭਾਰਦਵਾਜ ਸਾਹਿਬ, ਮੈਨੂੰ ਲੱਗਦਾ, ਮੇਰੀ ਤਕੀਦ ਹੈ ਸਰ, ਇਸ ਮੰਚ ਦੀ ਤਕੀਦ ਹੈ, ਜੇ ਤੁਸੀਂ ਲੋਕ ਬੜੇ ਸੁਹਿਰਦ ਹੋ ਸਾਰੇ, ਸਰ ਤੁਸੀਂ ਪੜ੍ਹੇ ਲਿਖੇ ਹੋ, ਵਕੀਲ ਹੋ ਤੁਸੀਂ ਭਾਰਦਵਾਜ ਸਾਹਿਬ ਨਾਲ, ਜੇ ਤੁਸੀਂ ਸਾਰੇ ਮਿਲ ਕੇ ਸੰਵਾਦ ਰਚਾਓ ਸਰ, ਇਹ ਐਡਾ ਵੱਡਾ ਮਸਲਾ ਬਣਨਾ ਨਹੀਂ ਚਾਹੀਦਾ ਭਾਰਦਵਾਜ ਸਾਹਿਬ। ਨਹੀਂ, ਜਿਹੜੀਆਂ ਗੱਲਾਂ ਭੁਗਤਦੇ ਪਏ ਆ, ਜਿਹੜੀਆਂ ਗੱਲਾਂ ਸਮਾਜ ਦੇ ਵਿੱਚ ਵਿਚਰ ਰਹੀਆਂ, ਜਿਹੜੀਆਂ ਹੋ ਰਹੀਆਂ, ਜਿਵੇਂ ਹੁਣੀ ਆਪਣੇ ਮਾਨ ਸਾਹਿਬ ਗੱਲ ਕਰਦੇ ਪਏ ਸੀਗੇ, ਇਹਨਾਂ ਦੇ ਲੀਡਰ ਸਿਮਰਨ ਸਿੰਘ ਮਾਨ, ਉਹਨਾਂ ਦੀ ਸਪੀਚਾਂ ਸੁਣ ਕੇ ਦੇਖ ਲਓ। ਉਹ ਜਦ ਵੀ ਦੇਖੋ ਹਿੰਦੂਤਵਾ ਨੂੰ ਚੱਜ ਨਾਲ ਕਹਿਣਾ ਵੀ ਨਹੀਂ ਆਉਂਦਾ, ਪਰ ਉਹਨਾਂ ਨੇ ਜਿਹੜੀ ਵੀ ਗੱਲ ਕਰਨੀ ਹੈ ਹਿੰਦੂਤਵਾ ਖਾ ਕੇ। ਭਾਰਦਵਾਜ ਸਾਹਿਬ, ਇਹ ਹਿੰਦੂਤਵ ਦੀ ਡਿਬੇਟ ਹੈ ਸਰ। ਮੁੱਦਾ ਮੈਂ ਸਰ ਵੱਖਰੀ ਡਿਬੇਟ ਕਰ ਲੂੰ, ਤੁਹਾਨੂੰ ਵੱਖਰਾ ਸੱਦ ਲੂੰ ਸਰ, ਹਿੰਦੂਤਵ ਤੇ ਡਿਬੇਟ ਕਰ ਲੂੰ ਸਰ, ਵੱਖਰਾ ਸੱਦ ਲੂੰ ਸਰ ਤੁਹਾਨੂੰ। ਆਹ ਸਿਮਰਨ ਸਿੰਘ ਮਾਨ ਦੇ ਜਿਹੜੇ ਆਗੂ ਇਹ ਵੀ ਆਉਣਗੇ ਸਰ, ਹੋਰ ਦੱਸੋ, ਇਹਨਾਂ ਨੂੰ ਵੀ ਸੱਦ ਲੂੰ ਨਾਲ। ਇਹਦੇ ਉੱਤੇ ਡਿਬੇਟ ਕਰਾਓ। ਮੈਂ ਕਹਿਣ ਦਾ ਮਤਲਬ ਇਹ ਵੀ ਇੱਥੇ ਤਾਂ ਮਿੱਠੀਆਂ ਗੱਲਾਂ ਕਰ ਲੈਣਗੇ, ਪਰ ਜਿਹੜਾ ਅਸੀਂ ਸਮਾਜ ਵਿੱਚ ਅਸੀਂ ਭੁਗਤਦੇ ਪਏ ਆ, ਜਿਹੜੀ ਅਸੀਂ ਇੱਕ ਨਫ਼ਰਤ ਝੇਲਦੇ ਪਏ ਆ, ਉਹਦੇ ਬਾਰੇ ਅਸੀਂ ਇਹ ਗੱਲ ਕਰਦੇ ਪਏ। ਚਲੋ ਮੈਨੂੰ ਭਾਰਦਵਾਜ ਸਾਹਿਬ ਇੱਕ ਚੀਜ਼ ਦੱਸ ਦਿਓ। ਭਾਰਦਵਾਜ ਸਾਹਿਬ, ਇੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਵਿਚਰਦਿਆਂ ਨੂੰ, ਕੀ ਹਿੰਦੂ ਸਿੱਖ ਵਾਲਾ ਪਾੜਾ ਤੁਹਾਨੂੰ ਕਦੇ ਦਿਖਾਈ ਦਿੱਤਾ ਸਰ ਪੰਜਾਬ 'ਚ? ਬਹੁਤ ਵਾਰੀ 1990 ਤੋਂ ਲੈ ਕੇ 1980 ਤੱਕ ਪੰਜਾਬ ਦੇ ਵਿੱਚ 35,000 ਹਿੰਦੂਆਂ ਨੂੰ ਮਾਰਤਾ। ਉਹ ਕਾਹਦੇ ਵਾਸਤੇ ਮਾਰਿਆ ਸੀਗਾ? ਖਾਲਿਸਤਾਨ ਦੇ ਨਾਂ ਤੇ ਮਾਰਿਆ ਸੀ ਨਾ, ਹਿੰਦੂ ਸਿੱਖ ਦਾ ਪਾੜਾ ਪਾਉਣ ਵਾਸਤੇ ਕੀਤਾ ਸੀਗਾ ਨਾ। ਇਹ ਗੱਲਾਂ ਸਾਨੂੰ ਭੁੱਲੀਆਂ ਨਹੀਂ ਹੈ। ਜੇ ਕਿਤੇ ਸੋਚੋ
ਵੀ ਸਾਡੇ ਮਨ ਦੇ ਵਿੱਚ ਨਹੀਂ ਹੈ, ਸਾਨੂੰ ਚਲੋ। ਪਤਾ ਨਹੀਂ ਹੈ, ਚਲੋ। ਬੇਵਕੂਫ ਬੈਠੇ ਹੋਏ। ਚਲੋ ਉਹਦੀ ਗੱਲ ਨਹੀਂ ਹੈ। ਮੈਂ ਤੇ ਵੱਖਰੀ ਡਿਬੇਟ ਕਰੂੰਗਾ ਭਾਰਦਵਾਜ ਸਾਹਿਬ। ਤੁਸੀਂ ਬਹੁਤ ਵਾਰੀ ਇਸ ਤੇ ਕਮੈਂਟ ਕੀਤਾ ਭਾਰਦਵਾਜ ਸਾਹਿਬ, ਪਰ ਮੈਨੂੰ ਉਮੀਦ ਨਹੀਂ ਸੀਗੀ ਕਿ ਹਿੰਦੂ ਸਿੱਖਾਂ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਹੋਊਗੀ, ਖਾਲਿਸਤਾਨ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਹੋਊਗੀ, ਜੇ ਪਿਛਲੇ ਦੌਰ ਵਿੱਚ ਜੋ ਕੁਝ ਵਾਪਰਿਆ ਉਹ ਵੀ ਇਸ਼ੂ ਇਸ ਵਿੱਚ ਆਊਗਾ। ਮੈਨੂੰ ਉਮੀਦ ਨਹੀਂ ਸੀ ਭਾਰਦਵਾਜ ਸਾਹਿਬ, ਪਰ ਇਹ ਮੰਚ ਵਾਰ-ਵਾਰ ਤਕੀਦ ਕਰਦਾ ਇਹ ਹਿੰਦੂ ਸਿੱਖ ਵਾਲਾ ਮਸਲਾ ਨਹੀਂ ਹੈਗਾ, ਮਰਿਆਦਾ ਮਸਲਾ ਹੈ। ਵਿਵਾਦ ਨੂੰ ਸੰਵਾਦ ਦੇ ਜ਼ਰੀਏ ਸੁਲਝਾਇਆ ਜਾ ਸਕਦਾ ਹੈ, ਇਹ ਕੋਸ਼ਿਸ਼ ਕਰਨੀ ਚਾਹੀਦੀ ਸਾਰੀਆਂ ਧਿਰਾਂ ਨੂੰ। ਤੁਸੀਂ ਆਏ, ਤੁਸੀਂ ਆਪਣੀ ਟਿੱਪਣੀ ਕੀਤੀ ਸਾਰਿਆਂ ਨੇ, ਬਹੁਤ ਧੰਨਵਾਦ। ਮਾਲੀ ਸਾਹਿਬ ਤੁਹਾਡਾ, ਮਾਨ ਸਾਹਿਬ ਤੁਹਾਡਾ ਬਹੁਤ ਧੰਨਵਾਦ, ਭਾਰਦਵਾਜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੇ ਮਨਜੀਤ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੁੜੇ ਸੀਗੇ, ਤੁਹਾਡਾ ਵੀ ਬਹੁਤ ਧੰਨਵਾਦ। ਜਿਹੜਾ ਇੱਕ ਨੈਰੇਟਿਵ ਸਿਰਜਿਆ ਜਾ ਰਿਹਾ, ਉਹ ਨੈਰੇਟਿਵ ਕਿਉਂ ਸਿਰਜਿਆ ਜਾ ਰਿਹਾ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਇਸੇ ਲਈ ਪੁੱਛ ਰਹੇ ਹਾਂ। ਐਂਟਰੀ ਵਿਵਾਦ ਦੇ ਪਰਦੇ ਪਿੱਛੇ ਬਹੁਤ ਕੁਛ ਹੈ, ਤੇ ਜੇ ਇਹ ਸਾਰਾ ਕੁਝ ਖੰਗਾਲਣਾ ਤੁਸੀਂ ਸੋਸ਼ਲ ਮੀਡੀਆ ਤੇ ਜਾਓ, ਉੱਥੇ ਪੜ੍ਹੋ, ਸਾਰਿਆਂ ਦੀ ਟਾਈਮਲਾਈਨ ਖੰਗਾਲੋ। ਕੋਈ ਲੀਡਰ ਹੈ, ਕੋਈ ਕਿਸੇ ਧਿਰ ਨਾਲ ਜੁੜਿਆ ਹੋਇਆ, ਜਿਨ੍ਹਾਂ ਵਿੱਚ ਇਹ ਵਿਵਾਦ ਹੈਗਾ ਉਹਨਾਂ ਦੀ ਟਾਈਮਲਾਈਨ ਵੀ ਖੰਗਾਲੋ, ਤੁਹਾਨੂੰ ਪਤਾ ਲੱਗ ਜਾਊਗਾ ਕਿ ਪਰਦੇ ਪਿੱਛੇ ਕੀ ਹੈ। ਬਹੁਤ ਧੰਨਵਾਦ।